ਸਮਝਣ ਲਈ, ਗੁਰੂ ਦੀ ਗੱਲ ਹਿਰਦੇ ਵਿੱਚ ਵਸਾਉਣ ਲਈ ਅਸੀਂ ਰੋਜ਼ਾਨਾ ਮਿਲ ਬੈਠ ਕੇ ਵਿਚਾਰਾਂ ਕਰਦੇ ਹਾਂ। ਓਂਕਾਰ ਬਾਣੀ ਦੀ ਲੜੀਵਾਰ ਵਿਚਾਰ ਅਸੀਂ ਆਰੰਭ ਕੀਤੀ ਹੈ। 4 ਪੌੜੀਆਂ ਦੀ ਵਿਚਾਰ ਪਿਛਲੀਆਂ ਵਿਚਾਰਾਂ ਵਿੱਚ ਅਸੀਂ ਸੰਪੂਰਨ ਕਰ ਚੁੱਕੇ ਹਾਂ। ਅੱਜ 5ਵੀਂ ਪੌੜੀ ਤੋਂ ਵਿਚਾਰ ਆਰੰਭ ਕਰਨੀ ਹੈ। ਕੱਲ ਦੀ ਵਿਚਾਰ ਵਿੱਚ ਜਿਹੜੀਆਂ 2 ਪੌੜੀਆਂ ਦੀ ਵਿਚਾਰ ਕੱਲ ਅਸੀਂ ਕੀਤੀ ਸੀ, ਸਤਿਗੁਰੂ ਜੀ ਨੇ ਜੋ ਉਪਦੇਸ਼ ਸਾਨੂੰ ਸਮਝਾਇਆ ਵੀ ਹੇ ਪਾਂਡੇ, ਗੁਰੂ ਦੀ ਸ਼ਰਨ ਚ ਪੈ ਤੇ ਆਪਣੇ ਮਨ ਦੀ ਪੱਟੀ ਦੇ ਉੱਤੇ ਉਸ ਕਰਤਾਰ ਦਾ ਨਾਮ ਲਿਖ। ਉਹ ਕਰਤਾਰ ਬਹੁਤ ਵੱਡਾ ਹੈ, ਬਹੁਤ ਬੇਅੰਤ ਹੈ। ਉਸ ਕਰਤਾਰ ਦੀਆਂ ਸਿਫਤਾਂ ਜਾਂ ਕਰਤਾਰ ਜਾਣਦਾ ਹੈ ਜਾਂ ਸਤਿਗੁਰੂ ਜਾਣਦਾ ਹੈ, ਕਿਉਂਕਿ ਗੁਰੂ ਤੇ ਪਰਮੇਸ਼ਰ ਦਾ ਕੋਈ ਭੇਦ ਨਹੀਂ। ਅਸਲ ਵਿੱਚ ਪਰਮੇਸ਼ਰ ਹੀ ਸਤਿਗੁਰੂ ਨੂੰ ਇਸ ਜਗਤ ਉਦਾਹਰਨ ਲਈ ਸੰਸਾਰ ਵਿੱਚ ਭੇਜਦਾ ਹੈ। ਸਤਿਗੁਰੂ ਸਤਸੰਗਤ ਰੂਪੀ ਧਰਮ ਦੀ ਦੁਨੀਆ ਵਿੱਚ ਕਰਤਾਰ ਦਾ ਸਿਮਰਨ ਰੂਪੀ ਉਪਦੇਸ਼ ਪੱਕਾ ਕਰਦਾ ਹੈ ਤੇ ਸਿਮਰਨ ਦੀ ਬਰਕਤ ਨਾਲ ਸਤਿਗੁਰੂ ਉਸ ਪਰਮੇਸ਼ਰ ਵਿੱਚ ਅਭੇਦ ਹੈ। ਉਹਨਾਂ ਦਾ ਮਨ ਉਸ ਦੀ ਹਜ਼ੂਰੀ ਵਿੱਚ ਟਿਕਿਆ ਹੋਇਆ ਹੈ। ਇਹ ਗੁਣ ਕੇਵਲ ਸਤਿਗੁਰੂ ਪੈਦਾ ਕਰ ਸਕਦਾ ਹੈ ਕਿ ਜਿਸ ਦਾ ਆਪਣਾ ਮਨ ਟਿਕਿਆ ਹੋਇਆ ਹੋਵੇ, ਜਿਹਦੇ ਕੋਲ ਗਿਆਨ ਦੀ ਰੋਸ਼ਨੀ ਹੈ, ਉਹੀ ਰੋਸ਼ਨੀ ਨੂੰ ਵੰਡ ਸਕਦਾ ਹੈ। ਗੁਰੂ ਗਿਆਨ ਹੈ, ਔਰ ਗੁਰੂ ਦਾ ਲਫ਼ਜ਼ੀ ਅਰਥ ਵੀ ਇਹੋ ਹੀ ਹੈ ਜੋ ਅਗਿਆਨਤਾ ਦੇ ਹਨੇਰੇ ਨੂੰ ਖਾ ਜਾਂਦਾ ਹੈ, ਨਿਗਲ ਜਾਂਦਾ ਹੈ। ਗੁਰੂ ਪ੍ਰਗਟ ਹੋਏ, ਸੰਸਾਰ ਵਿੱਚ ਅਗਿਆਨਤਾ ਦਾ ਬੋਲਬਾਲਾ ਹਨੇਰਾ ਸੀ। ਇਸੇ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੱਲ ਕਹੀ, ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਰੋਸ਼ਨੀ ਆਈ, ਗਿਆਨ ਆਇਆ। ਗਿਆਨ ਸੂਰਜ ਵਰਗਾ, ਤੇਜ ਪ੍ਰਤਾਪ ਸਤਿਗੁਰੂ ਦਾ। ਉਸ ਤੇਜ ਪ੍ਰਤਾਪ ਨਾਲ ਗੁਰੂ ਨੇ ਰਹਿਮਤ ਕਰਕੇ, ਬਖਸ਼ਿਸ਼ ਕਰਕੇ ਇਸ ਰੁੱਲ ਰਹੀ, ਇਸ ਤੜਫ ਰਹੀ, ਇਸ ਵਿਲਕ ਰਹੀ ਜਗਤ ਨੂੰ, ਲੁਕਾਈ ਨੂੰ ਆਪਣੇ ਕਲਾਵੇ ਵਿੱਚ ਲਿਆ। ਕੇਵਲ ਕਲਾਵੇ ਵਿੱਚ ਨਹੀਂ ਲਿਆ, ਉਹਨਾਂ ਨੂੰ ਜੀਵਨ ਦਾ ਢੰਗ ਦੱਸਿਆ, ਜੀਵਨ ਦਾ ਮਨੋਰਥ ਦੱਸਿਆ। ਪਰਿਵਾਰ ਦੇ ਵਿੱਚੋਂ ਉੱਚੇ ਉੱਠ ਕੇ ਸਤਿਗੁਰੂ ਜੀ ਨੇ ਸਾਰੇ ਸੰਸਾਰ ਨੂੰ ਆਪਣਾ ਪਰਿਵਾਰ ਬਣਾਇਆ। ਔਰ ਇਸੇ ਕਰਕੇ ਹੀ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਇਹ ਵਡਿਆਈ ਮਿਲੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਇਹ ਸਭ ਤੋਂ ਵੱਡਾ ਗੁਰੂ ਹੈ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ। ਇਹ ਗੁਣ ਕੇਵਲ ਸਤਿਗੁਰੂ ਪੈਦਾ ਕਰਦਾ ਹੈ। ਜਿਸ ਦੇ ਮਨੁੱਖ ਦੇ ਮੱਥੇ ਉੱਤੇ, ਮਨ ਉੱਤੇ ਗੁਰੂ ਦਾ ਉਪਦੇਸ਼, ਜਿਸ ਮਨੁੱਖ ਦੇ ਮਨ ਵਿੱਚ ਗੁਰੂ ਦਾ ਬਚਨ ਵਸ ਜਾਏ, ਉਹ ਨਕਾਰੇ ਹੋਏ ਮਨੂਰ ਲੋਹੇ ਨੂੰ, ਸੜੇ ਹੋਏ ਲੋਹੇ ਨੂੰ ਵੀ ਸੋਨੇ ਵਰਗਾ ਬਣਾ ਦਿੰਦਾ ਹੈ। ਭਾਵ ਔਗੁਣਾਂ ਨਾਲ ਭਰੇ ਹੋਏ ਨੂੰ ਵੀ ਗੁਣਾਂ ਨਾਲ ਭਰਪੂਰ ਕਰ ਦਿੰਦਾ ਹੈ। ਸਤਿਗੁਰੂ ਅੰਦਰ ਕੋਈ ਕਮੀ ਨਹੀਂ, ਤੋਲ ਬੋਲ ਵਿੱਚ ਪੂਰਾ ਹੈ। ਤੇ ਜੇ ਪਰਮਾਤਮਾ ਨੂੰ ਮਿਲਣਾ
ਤਾਂ ਉਹ ਸਤਿਗੁਰੂ ਜੀ ਦੇ ਦੱਸੇ ਮਾਰਗ ਤੇ ਚੱਲਣਾ ਪਏਗਾ। ਗੁਰੂ ਪਾਤਸ਼ਾਹ ਜੀ ਨੇ ਨਾਲ ਅਗਲੀ ਪੌੜੀ ਵਿੱਚ ਇਹ ਗੱਲ ਸਮਝਾਈ ਸੀ ਵੀ ਜਿਹੜਾ ਮਨੁੱਖ ਸਤਿਗੁਰੂ ਜੀ ਦੇ ਉਪਦੇਸ਼ ਨੂੰ ਭੁਲਾ ਦਿੰਦਾ ਹੈ, ਵਿਸਾਰ ਦਿੰਦਾ ਹੈ, ਕਿਸੇ ਹੋਰ ਚੀਜ਼ ਨੂੰ ਆਪਣੇ ਜੀਵਨ ਦਾ ਰਾਹ ਬਣਾ ਲੈਂਦਾ ਹੈ, ਜੀਵਨ ਦਾ ਮਾਰਗ ਚੁਣ ਲੈਂਦਾ ਹੈ, ਅਸਲ ਵਿੱਚ ਉਹ ਹੰਕਾਰ ਵਿੱਚ ਫਸਿਆ ਹੋਇਆ, ਹੰਕਾਰ ਵਿੱਚ ਆਤਮਿਕ ਮੌਤ ਮਰ ਜਾਂਦਾ ਹੈ। ਆਤਮਿਕ ਮੌਤ ਦਾ ਮੂਲ ਅਹੰਕਾਰ ਹੈ ਔਰ ਇਹ ਹੰਕਾਰ ਰੂਪੀ ਜ਼ਹਿਰ ਖਾਂਦਾ, ਬਿਖ ਖਾਂਦਾ ਹੈ, ਉਹਦੀ ਖੁਰਾਕ ਹੀ ਬਿਖ ਹੈ। ਇਸ ਹੰਕਾਰ ਦੇ ਕਾਰਨ, ਦੂਜੇ ਭਾਵ ਦੇ ਕਾਰਨ ਉਹ ਗੁਰੂ ਦੀ ਬਾਣੀ ਦਾ ਆਨੰਦ ਨਹੀਂ ਮਾਣਦਾ, ਸਗੋਂ ਗੁਰੂ ਦੇ ਬਚਨ ਉਹਨੂੰ ਚੰਗੇ ਨਹੀਂ ਲੱਗਦੇ, ਸਗੋਂ ਦੁਨੀਆ ਦੇ ਰਸ ਕਸ ਅਥਾਹ ਮਾਲਕ ਤੋਂ ਉਹਨੂੰ ਵਿਛੋੜ ਦਿੰਦੇ ਹਨ। ਗੰਦਨ ਵੈਨ ਦਿੱਤਾ ਹਿਤਕਾਰੀ, ਹਿੱਤ ਕਿੱਧਰ ਨਾਲ ਲੱਗਾ ਗੰਦੇ ਵੈਣਾਂ ਨਾਲ, ਗੁਰੂ ਦੇ ਬੋਲਾਂ ਨਾਲ ਨਹੀਂ, ਰਸ ਨਹੀਂ ਲਿਆ, ਸਵਾਦ ਨਹੀਂ ਲਿਆ। ਪਰ ਜਿਸ ਨੇ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਨੂੰ ਸਿਮਰਿਆ ਹੈ, ਉਹਨੂੰ ਨਾਮ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ, ਉਹਨੂੰ ਪ੍ਰਮਾਤਮਾ ਆਪਣੇ ਮਨ ਤਨ ਵਿੱਚ ਪਿਆਰਾ ਲੱਗਦਾ ਹੈ, ਮੁਹੱਬਤ ਬਣ ਜਾਂਦੀ ਹੈ। ਫਿਰ ਉਹਦੀ ਬਖਸ਼ਿਸ਼ ਸਦਕਾ, ਉਹਦੀ ਕਿਰਪਾ ਸਦਕਾ ਗੁਰੂ ਦੀ ਸ਼ਰਨ ਪੈਂਦਾ ਤੇ ਗੁਰੂ ਦੀ ਸ਼ਰਨ ਪੈ ਕੇ ਉਹ ਨਾਮ ਅੰਮ੍ਰਿਤ ਨੂੰ ਪ੍ਰਾਪਤ ਕਰਦਾ ਹੈ। ਅੱਜ ਸਤਿਗੁਰੂ ਜੀ ਨੇ ਅਗਲੀ ਪੌੜੀ ਵਿੱਚ ਇਸੇ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਵਿਚਾਰ ਦਿੱਤੇ ਹਨ। ਏਕੋ ਏਕ ਕਹੈ ਸਭ ਕੋਈ, ਹਉਮੈ ਗਰਭ ਵਿਆਪੈ, ਅੰਤਰ ਬਾਹਰ ਏਕ ਪਛਾਣੈ, ਇਉ ਘਰ ਮਹਿਲ ਸਿਜਾਪੇ। ਪ੍ਰਭ ਨੇੜੈ ਹਰ ਦੂਰ ਨਾ ਜਾਨੋ, ਏਕੋ ਸਿਸ਼ਟ ਸੁਭਾਈ, ਏਕ ਓੰਕਾਰ ਅਵਰ ਨਹੀਂ ਦੂਜਾ, ਨਾਨਕ ਏਕ ਸਮਾਈ। ਏਕ ਓੰਕਾਰ ਅਵਰ ਨਹੀਂ ਦੂਜਾ, ਨਾਨਕ ਏਕ ਸਮਾਈ। हे ਪਾਂਡੇ, ਉਂਝ ਤਾਂ ਸਾਰੇ ਵੀ ਆਖਦੇ ਨੇ ਕਿ ਪਰਮਾਤਮਾ ਇੱਕ ਹੈ, ਸਰਵ ਵਿਆਪਕ ਹੈ, ਹਰ ਥਾਂ ਤੇ ਵਸਿਆ ਹੋਇਆ ਹੈ, ਹਰ ਪਾਸੇ ਪਰਮਾਤਮਾ ਹੀ ਪਰਮਾਤਮਾ ਹੈ। ਏਕੋ ਏਕੋ ਇੱਕ, ਕੇਵਲ ਇੱਕ ਪਰਮਾਤਮਾ, ਦੂਸਰਾ ਨਹੀਂ। ਕਹੈ ਸਭ ਕੋਈ, ਅਸੀਂ ਵੀ ਕਹਿ ਦਿੰਦੇ ਲੋ ਰੱਬ ਤਾਂ ਹਰ ਥਾਂ ਤੇ ਹੈ। ਕਹਿਣਾ ਤੇ ਮਹਿਸੂਸ ਕਰਨ ਵਿੱਚ ਬਹੁਤ ਵੱਡਾ ਅੰਤਰ ਹੈ। ਮਹਿਸੂਸ ਉਸ ਵਕਤ ਹੁੰਦਾ ਜਦੋਂ ਸੱਚਮੁੱਚ ਅੰਦਰੋਂ ਉਹਦੀ ਹਉਮੈ ਨੂੰ, ਅੰਦਰੋਂ ਹੀ ਉਹਦੀ ਹੋਂਦ ਨੂੰ ਸਵੀਕਾਰ ਕਰ ਲਿਆ ਜਾਵੇ। ਜ਼ਬਾਨ ਤਾਂ ਕਹਿ ਦਿੰਦੀ ਹੈ ਪ੍ਰਮਾਤਮਾ ਹਰ ਥਾਂ ਹੀ ਹੈ ਜੀ, ਹਰ ਥਾਂ ਹੀ ਵਸਦਾ ਹੈ, ਪਰ ਕਦੀ ਹਰ ਥਾਂ ਵਸਦੇ ਹੋਏ ਪਰਮੇਸ਼ਰ ਨੂੰ ਵੇਖਣ ਦਾ ਯਤਨ ਕੀਤਾ? ਇਹ ਗੱਲ ਹੁਣ ਗੁਰੂ ਪਾਤਸ਼ਾਹ ਨੂੰ ਦੱਸ ਰਹੇ ਨੇ। ਪਾਂਦੇ ਨੂੰ ਉਪਦੇਸ਼ ਕਰਦੇ ਕਰਦੇ ਸੰਸਾਰ ਨੂੰ ਸਮਝਾਉਂਦੇ ਹਨ। ਕਹਿੰਦੇ ਨੇ ਗੱਲ ਕਹਿੰਦੀ ਹੈ, ਪਰ ਜਿਸ ਦੇ ਮਨ ਉੱਤੇ, ਜਿਸ ਮਨ ਦੇ ਉੱਤੇ ਪਰਮੇਸ਼ਰ ਦਾ ਨਾਮ ਲਿਖਣਾ ਹੈ, ਉਹ ਤਾਂ ਹੰਕਾਰ ਨਾਲ ਭਰਿਆ ਹੋਇਆ, ਉਹ ਤਾਂ ਹਉਮੈ ਨਾਲ ਭਰਿਆ ਹੋਇਆ ਹੈ। ਜੋ ਗੁਰੂ ਪਾਤਸ਼ਾਹ ਨੇ ਕਿਹਾ, ਕਮਾਲ ਦੀਆਂ ਉਦਾਹਰਨਾਂ ਦਿੱਤੀਆਂ। ਕਹਿੰਦੇ ਪਾਂਡੇ, हे ਪਾਂਦੇ, ਤੂੰ ਪੜ੍ਹਿਆ ਹੋਇਆ ਹੈ,
ਤੇ ਤੂੰ ਆਪਣੇ ਚਾਟੜਿਆਂ ਨੂੰ ਵੀ ਪੜ੍ਹਾਉਣਾ ਹੈ। ਆਪਣੇ ਚਾਟੜਿਆਂ ਨੂੰ ਰੋਜ਼ ਪੱਟੀ ਲਿਖਣ ਲਈ ਦਿੰਦਾ ਹੈ ਤੇ ਕਹਿੰਦਾ ਪੱਟੀ ਲਿਖੋ, ਪੱਟੀ ਲਿਖ ਕੇ ਲਿਆਓ। ਹੁਣ ਰੋਜ਼ ਇੱਕ ਪੱਟੀ ਉੱਤੇ ਉਦੋਂ ਤੱਕ ਨਹੀਂ ਲਿਖਿਆ ਜਾ ਸਕਦਾ ਜਦ ਤੱਕ ਪਹਿਲੀ ਪੱਟੀ ਲਿਖੀ ਹੋਈ ਨੂੰ ਸਾਫ਼ ਨਾ ਕੀਤਾ ਜਾਏ। ਦੇਖੋ ਹੁਣ ਜਿਹੜੀ ਰਹਾਉ ਦੀ ਪੰਕਤੀ ਸੀ ਨਾ, ਲਿਖੋ ਜੰਜਾਲਾਂ ਦੀ ਗੱਲ ਜਿਹੜੀ ਕਹੀ ਸੀ, ਉੱਥੀ ਗੱਲ ਉਹਦੀ ਵਿਆਖਿਆ ਹੋ ਰਹੀ ਹੈ। ਕਹਿਣ ਲੱਗੇ ਵੀ ਤੂੰ ਚਾਟੜਿਆਂ ਨੂੰ ਪੱਟੀ, ਜਿਹਨੂੰ ਅਸੀਂ ਫੱਟੀ ਕਹਿ ਦਿੰਦੇ ਹਾਂ ਅੱਜ ਕੱਲ੍ਹ, ਵੈਸੇ ਹੁਣ ਤਾਂ ਰਿਵਾਜ ਹੀ ਖਤਮ ਹੋ ਗਿਆ। ਸਾਡੇ ਵੇਲੇ ਜਦੋਂ ਪੜ੍ਹਾਈ ਅਸੀਂ ਕਰਦੇ ਸੀ, ਅਸੀਂ ਫੱਟੀਆਂ ਲਿਖਦੇ ਰਹੇ ਹਾਂ। ਔਰ ਫੱਟੀਆਂ ਨੂੰ ਘਰ ਆ ਕੇ ਪਹਿਲਾਂ ਚੰਗੀ ਤਰ੍ਹਾਂ ਗਾਚਣੀ ਜਿਹਨੂੰ ਕਹਿੰਦੇ ਆ, ਉਹ ਲੈ ਕੇ ਉਹਦੇ ਨਾਲ ਸਾਫ਼ ਕਰਦੇ ਸੀ। ਔਰ ਫਿਰ ਉਸ ਸੁਕਾ ਕੇ ਉਸ ਫੱਟੀ ਦੇ ਉੱਤੇ ਕੁਝ ਲਿਖਿਆ ਜਾਂਦਾ ਸੀ। ਗਿੱਲੀ ਗਾਚੀ ਦੇ ਉੱਤੇ ਲਿਖਿਆ ਨਹੀਂ ਜਾ ਸਕਦਾ। ਇਹ ਨਹੀਂ ਹੋ ਸਕਦਾ ਸੀ ਕਿ ਲਿਖੀ ਹੋਈ ਫੱਟੀ ਦੇ ਉੱਤੇ ਹੋਰ ਲਿਖ ਦਈਏ, ਉਹ ਤਾਂ ਕਾਚੇ ਮਾਚੇ ਹੋ ਜਾਣਗੇ, ਕੋਈ ਚੀਜ਼ ਪੜ੍ਹੀ ਨਹੀਂ ਜਾਏਗੀ। ਲਿਖਣ ਲਈ ਪੱਟੀ ਨੂੰ ਸਾਫ਼ ਕਰਨਾ ਬੜਾ ਜ਼ਰੂਰੀ ਹੈ। ਲਿਖੇ ਉੱਤੇ ਹੋਰ ਕੋਈ ਕਿਵੇਂ ਲਿਖ ਸਕਦਾ? ਕੋਈ ਲਿਖ ਵੀ ਨਹੀਂ ਸਕਦਾ। ਲਿਖੇ ਉੱਤੇ ਹੋਰ ਕਿਵੇਂ ਕੋਈ ਲਿਖਿਆ ਜਾ ਸਕਦਾ? ਪਹਿਲਾ ਲਿਖਿਆ ਮਿਟੇਗਾ ਤਾਂ ਹੀ ਨਵਾਂ ਸਬਕ ਲਿਖਿਆ ਜਾ ਸਕਦਾ ਹੈ। ਤੇ ਜੇ ਤੇਰੀ ਇਸ ਪੱਟੀ ਨੂੰ ਚਾਟੜਿਆਂ ਨੇ ਰੋਜ਼ ਸਾਫ਼ ਕਰਨਾ ਪੈਂਦਾ ਹੈ, ਤਾਂ ਭਲਾ ਦੱਸ, ਮਨ ਦੀ ਪੱਟੀ ਨੂੰ ਬਿਨਾਂ ਸਾਫ਼ ਕੀਤੇ ਹੋਏ ਉਸ ਉੱਤੇ ਪਰਮੇਸ਼ਰ ਦਾ ਨਾਮ ਕਿਵੇਂ ਲਿਖਿਆ ਜਾ ਸਕੇਗਾ? ਵੀ ਮਨ ਦੀ ਪੱਟੀ ਨੂੰ ਸਾਫ਼ ਕਰਨ ਤੋਂ ਬਿਨਾਂ ਕਿਵੇਂ ਲਿਖਿਆ ਜਾ ਸਕਦਾ? ਉਹ ਚੀਜ਼ ਤਾਂ ਇੱਕੋ ਹੀ ਲਿਖੀ ਜਾਣੀ ਹੈ। ਚਾਹੇ ਉਹਦੇ ਵਿੱਚ ਦੁਨੀਆ ਦੀ ਗੱਲ ਲਿਖ ਲਈਏ ਤੇ ਚਾਹੇ ਉਹਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਗੱਲ ਲਿਖ ਲਈਏ, ਦੋ ਚੀਜ਼ਾਂ ਇਕੱਠੀਆਂ ਤਾਂ ਲਿਖੀਆਂ ਨਹੀਂ ਜਾ ਸਕਦੀਆਂ। ਭਾਂਡੇ ਵਿੱਚ ਵਸਤੂ ਪਾਉਣ ਤੋਂ ਪਹਿਲਾਂ ਭਾਂਡੇ ਨੂੰ ਖਾਲੀ ਕਰਨਾ ਪੈਂਦਾ ਹੈ। ਭਰੇ ਹੋਏ ਭਾਂਡੇ ਵਿੱਚ, ਆਪਾਂ ਰੋਜ਼ ਕੰਮ ਘਰਾਂ ਵੀ ਦੇਖਦੇ ਹਾਂ, ਕਦੀ ਭਰੇ ਹੋਏ ਬਰਤਨ ਵਿੱਚ, ਭਰੇ ਹੋਏ ਭਾਂਡੇ ਵਿੱਚ, ਭਰੇ ਹੋਏ ਡੱਬੇ ਵਿੱਚ, ਭਰੇ ਹੋਏ ਡਰਮ ਵਿੱਚ ਹੋਰ ਚੀਜ਼ ਪਾਈ ਜਾ ਸਕਦੀ ਹੈ? ਜਿੰਨੀ ਪਾਓਗੇ ਉਨੀ ਬਾਹਰ ਡੁੱਲ ਜਾਏਗੀ। ਜੇ ਅਸੀਂ ਯਤਨ ਵੀ ਕਰ ਲਈਏ ਕਿ ਭਰੇ ਹੋਏ ਵਿੱਚ ਪਾ ਦਈਏ, ਤਾਂ ਫਿਰ ਭਰੇ ਵਿੱਚ ਸਮਾ ਨਹੀਂ ਸਕਦੀ, ਬਾਹਰ ਨਿਕਲ ਜਾਂਦੀ ਹੈ। ਆਸਾ ਕੀ ਵਾਰ 'ਚ ਹੀ ਅਸੀਂ ਗੱਲ ਪੜ੍ਹਦੇ ਹਾਂ ਵੀ ਵਸਤੂ ਕਦੋਂ ਉਹਦੇ 'ਚ ਸਮਾਉਂਦੀ ਹੈ? ਭਾਂਡੇ ਵਿੱਚ, ਜੇ ਪਹਿਲੀ ਨਿਕਲ ਜਾਵੇ। ਤਾਂ ਗੁਰੂ ਸਾਹਿਬ ਜੀ ਇੱਥੇ ਕਹਿਣ ਲੱਗੇ, ਇਹ ਭਾਂਡੇ ਉਪਦੇਸ਼ ਕਰਦਾ ਹੈ ਪਰਮੇਸ਼ਰ ਦੇ ਹੋਂਦ ਬਾਰੇ, ਪਰ ਅੰਦਰ ਮਨ ਦੀ ਪੱਟੀ ਤਾਂ ਹੰਕਾਰ ਨਾਲ ਭਰੀ ਹੋਈ ਹੈ। ਮਨ ਦੀ ਪੱਟੀ ਉਹ ਤਾਂ ਹੰਕਾਰ ਨਾਲ ਭਰੀ ਹੋਈ ਹੈ। ਉੱਪਰੋਂ ਤੋਂ ਇਹ ਗੱਲ ਕਹੀ ਜਾਂਦਾ ਹੈ ਕਿ ਪ੍ਰਭੂ ਹਰ ਥਾਂ ਵਸਦਾ ਹੈ। ਉੱਤੋਂ ਇਹ ਗੱਲ ਕਰ ਰਿਹਾ, ਹਰ ਥਾਂ ਮੌਜੂਦ ਹੈ, ਪਰ ਭਾਂਡੇ ਅੰਦਰ ਤਾਂ ਹਉਮੈ ਦੀਆਂ ਗੰਢਾਂ ਵੱਜੀਆਂ ਹੋਈਆਂ ਨੇ, ਹੰਕਾਰ ਨਾਲ ਭਰਿਆ ਹੋਇਆ ਹੈ। ਇਹ ਹੰਕਾਰ ਵਿੱਚ ਇਹ ਮਨ ਆਫਰਿਆ ਫਿਰਦਾ, ਹੰਕਾਰ ਵਿੱਚ ਮਨ ਆਫਰਿਆ ਫਿਰਦਾ। ਮਨ ਤਾਂ ਹੰਕਾਰ ਦੀਆਂ ਟੀਸੀਆਂ ਤੇ ਚੜਿਆ ਬੈਠਾ, ਉਚਾਈਆਂ ਤੇ ਛੂਹੀ ਜਾਂਦਾ। ਤੂੰ ਦੱਸ, ਇਹ ਤਾਂ ਮਨ ਤੇਰਾ ਹੰਕਾਰ ਨਾਲ ਇਹੋ ਜਿਹਾ ਲੱਗਦਾ ਵੀ ਜਿੱਦਾਂ ਫੁੱਲ ਕੇ ਕਮਲਾ ਹੀ ਹੋ ਗਿਆ ਹੁੰਦਾ, ਪਾਗਲ ਹੋਇਆ, ਝੱਲਾ ਹੋ ਗਿਆ, ਇਹਨੂੰ ਪਤਾ ਹੀ ਨਹੀਂ ਮੈਂ ਕੀ ਕਰ ਰਿਹਾ। ਤੇ ਹਰ ਕਿਸੇ ਨੂੰ ਵੇਖ ਕੇ ਇਹੋ ਜਿਹਾ ਹੰਕਾਰ ਵਿੱਚ ਫਸਿਆ ਹੋਇਆ ਮਨ ਜਦੋਂ ਦੂਜੇ ਨੂੰ ਵੇਖਦਾ ਨਾ, ਆਪਣਾ ਮੂੰਹ ਜਿਹਾ ਵੱਟ ਲੈਂਦਾ, ਤੇ ਤੂੰ ਕਹਿੰਦਾ ਰੱਬ ਹਰ ਵਿੱਚ ਵੱਸਦਾ। ਆਪਣੇ ਤੋਂ ਨੀਵੇਂ ਨੂੰ ਦੇਖ ਲਵੇ, ਜਿਹਦਾ ਮਨ ਹੰਕਾਰੀ ਹੈ, ਅਭਿਮਾਨੀ ਹੈ। ਸਤ ਸੰਗਤ ਦੇ ਰੋਜ਼ਾਨਾ ਜੀਵਨ ਦਾ ਸਾਡੀ ਇਹੀ ਹਾਲ ਹੈ। ਅਸੀਂ ਆਪਣੇ ਤੋਂ ਵੱਡੇ ਵੱਲ ਵੇਖੀਏ ਤੇ ਅਸੀਂ ਵੀ ਹੱਥ ਜੋੜ ਕੇ ਉਹਨੂੰ ਨਮਸਕਾਰ ਕਰ ਦਿੰਦੇ ਹਾਂ, ਫਤਿਹ ਬੁਲਾ ਦਿੰਦੇ ਹਾਂ। ਜਦੋਂ
ਆਰਥਿਕ ਤੌਰ ਤੇ ਕਮਜ਼ੋਰ ਵਿਅਕਤੀ ਨੇ, ਸ਼ਾਇਦ ਉਹ ਪ੍ਰੇਮ ਸਾਡੇ ਅੰਦਰੋਂ ਪੈਦਾ ਨਹੀਂ ਹੁੰਦਾ। ਕਾਰਨ ਕੀ ਹੈ? ਕਾਰਨ ਅੰਦਰ ਹੰਕਾਰ, ਆਪਣੇ ਵੱਡੇ ਹੋਣ ਦੀ ਹਉਮੈ ਹੈ, ਆਪਣੇ ਆਪ ਨੂੰ ਵੱਡਾ ਕਹਿਣ ਦੀ ਹਉਮੈ ਹੈ, ਦੂਜਿਆਂ ਨੂੰ ਦੇਖ ਕੇ ਮੂੰਹ ਵੱਟ ਲੈਣਾ, ਸਾਡੇ ਕਿੱਥੋਂ ਆ ਗਿਆ, ਫਿਰ ਗੱਲ ਉਹ ਲੈਂਦਾ ਹੀ ਨਹੀਂ। ਇਹੋ ਜਿਹੀਆਂ ਗੱਲਾਂ ਸਾਡੇ ਮਨਾਂ 'ਚ ਵੀ ਹੁੰਦੀਆਂ ਨੇ, ਕੇਵਲ ਪਾਂਦੇ ਦੀ ਗੱਲ ਨਹੀਂ ਹੈ। ਗੁਰੂ ਸਾਹਿਬ ਸਾਨੂੰ ਵੀ ਇਹ ਗੱਲ ਸਮਝਾਉਂਦੇ ਨੇ ਵੀ ਹਰ ਕਿਸੇ ਨੂੰ ਨਫ਼ਰਤ ਦੇ, ਸ਼ੱਕ ਦੀ ਨਜ਼ਰ ਨਾਲ ਵੇਖਦਾ ਜਿਹੜਾ ਹੰਕਾਰ ਨਾਲ ਭਰਿਆ ਹੁੰਦਾ ਬੰਦਾ। ਇਹ ਸਮਝਦਾ ਹੈ ਵੀ ਹਰ ਕੋਈ ਇਹਨੂੰ ਸ਼ਾਇਦ ਠੱਗਣ ਲਈ ਆਇਆ, ਠੱਗੀ ਮਾਰਨ ਵਾਸਤੇ ਆਇਆ, ਹਰ ਇਹੋ ਹੀ ਗੱਲ ਸਮਝਦਾ, ਉਹਦੇ ਦਿਮਾਗ 'ਚ ਇਹੀ ਗੱਲਾਂ ਆਉਂਦੀਆਂ ਨੇ। ਬਸ ਹਰ ਵੇਲੇ ਮੇਰੀ 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 ਕਰਨਾ ਇਹ ਮਨ ਦਾ ਸੁਭਾਅ ਬਣ ਜਾਂਦਾ ਹੈ। ਇਸ ਕਰਕੇ ਜੀਵਨ ਦੇ ਹਰ ਸਮੇਂ ਵਿੱਚ ਇਹ ਤੜਫਦਾ ਹੀ ਰਹਿੰਦਾ ਹੈ, ਭਾਵ ਔਖਾ ਹੀ ਹੋਇਆ ਰਹਿੰਦਾ ਹੈ। ਇਹਦੇ ਅੰਦਰ ਸੁੱਖ ਵਾਪਰਦਾ ਹੀ ਨਹੀਂ। ਕਿਉਂ ਨਹੀਂ ਵਾਪਰਦਾ? ਕਿਉਂਕਿ ਹੰਕਾਰ ਹੈ, ਹਉਮੈ ਤੇ ਗਰਵ ਨਾਲ ਭਰਿਆ ਹੋਇਆ ਹੈ। ਕੇਵਲ ਜ਼ਬਾਨ ਤੋਂ ਕਹਿਣ ਨਾਲ ਤਾਂ ਨਹੀਂ ਕਰਨਾ। ਜਬ ਇਹ ਮਨ ਮੈਂ ਕਰਤ ਗੁਮਾਨਾ, ਤਬ ਇਹ ਬਾਬਰ ਫਿਰਤ ਬਿਗਾਨਾ। ਬਾਬਰ ਦਾ ਅਰਥ ਹੈ ਝੱਲਾ। ਵੀ ਜਦੋਂ ਕਿਤੇ ਹੰਕਾਰ ਦਾ ਭਰਿਆ ਹੋਇਆ ਮਨੁੱਖ ਕਹਿੰਦੇ ਨੇ ਤੁਰਿਆ ਫਿਰਦਾ ਹੈ, ਤੇ ਗੁਰੂ ਸਾਹਿਬ ਜੀ ਅੱਗੋਂ ਕਹਿੰਦੇ ਇਹ ਝੱਲਾ ਹੋਇਆ ਸਾਰਿਆਂ ਨੂੰ ਬਗਾਨਾ ਹੀ ਸਮਝਦਾ। ਫਿਰ ਕਹਿੰਦੇ ਜਬ ਇਹ ਹੁਆ ਸਗਲ ਕੀ ਰੀਨਾ, ਤਾਂ ਤੇ ਰਮਈਆ ਘਟ ਘਟ ਚੀਨਾ। ਇਹ ਪਾਂਦੇ ਜੇ ਸੱਚਮੁੱਚ ਹੀ ਇੱਕ ਦੀ ਗੱਲ ਕਰਦਾ ਹੈ ਵੀ ਇੱਕ ਸਾਰੀ ਜਗ੍ਹਾ ਵਿਆਪਕਾ ਹੋਇਆ ਹੈ, ਉਹਦੇ ਲਈ ਹੈ ਸਗਲ ਕੀ ਰੀਨਾ ਹੋਣ ਦੀ ਗੱਲ। ਰੀਨਾ ਦਾ ਅਰਥ ਕੀ ਹੈ? ਧੂੜ, ਮਿੱਟੀ, ਨਿਮਰਤਾ, ਪ੍ਰੇਮ। ਰੀਨਾ ਤੇ ਉਹੀ ਹੈ ਨਾ, ਰੇਨ। ਲਫ਼ਜ਼ ਕੀ ਹੈ? ਛੋਟਾ ਜਿਹਾ ਲਫ਼ਜ਼ ਹੈ, 2 ਅੱਖਰਾਂ ਦਾ ਲਫ਼ਜ਼ ਹੈ, ਪਰ ਹੈ ਬੜਾ ਔਖਾ, ਹੈ ਬੜਾ ਔਖਾ ਹੈ। ਸਗਲ ਦੀ ਰੇਨਾ ਬਣਨ ਦੀ ਕਹਾਣੀ ਬੜੀ ਔਖੀ ਹੈ। ਹੰਕਾਰ ਦੀਆਂ ਟੀਸੀਆਂ ਤੋਂ ਬੰਦਾ ਲੱਥੇ ਤਾਂ ਰੇਨ ਦੀ ਗੱਲ ਬਣੇ, ਰੇਨ ਹੋਵੇ। ਪਰ ਜਬ ਇਹ ਹੁਆ ਸਗਲ ਕੀ ਰੀਨਾ, ਉਸ ਤੋਂ ਬਿਨਾ ਇਹ ਰਮਈਏ ਨੂੰ ਘੱਟ ਘੱਟ ਵਿੱਚ ਵੇਖਿਆ ਨਹੀਂ ਜਾ ਸਕਦਾ। ਸਾਹਿਬ ਜੀ ਕਹਿੰਦੇ ਤਾਂ ਤੇ ਰਮਈਆ ਘੱਟ ਘੱਟ ਚੀਨਾ। ਫਿਰ ਪਛਾਣ ਹੁੰਦੀ ਹੈ, ਫਿਰ ਸਹਿਜ ਸੁਹੇਲਾ ਫਲ ਮਸਕੀਨੀ। ਮਸਕੀਨੀ ਗਰੀਬੀ ਸੁਭਾਅ, ਆਤਮਕ ਅਡੋਲਤਾ। ਫਲ ਕਿਹੜਾ ਮਿਲਦਾ ਹੈ? ਨਿਮਰਤਾ ਦਾ। ਜਿਵੇਂ ਜਿਵੇਂ ਮਨੁੱਖ ਪਰਮੇਸ਼ਰ ਨੂੰ ਆਪਣੇ ਨਾਲ ਸਮਝਦਾ ਹੈ, ਆਪਣੇ ਨੇੜੇ ਸਮਝਦਾ ਜਾਏਗਾ, ਤਿਵੇਂ ਤਿਵੇਂ ਇਹਦੇ ਅੰਦਰ ਨਿਮਰਤਾ, ਝੁਕਣਾ ਤੇ ਗਰੀਬੀ ਸੁਭਾਅ ਬਣਦਾ ਜਾਏਗਾ। ਫਿਰ ਹੰਕਾਰ ਨਹੀਂ, ਆਕੜ ਦੀਆਂ ਟੀਸੀਆਂ ਤੇ ਨਹੀਂ ਚੜੇਗਾ। ਆਕੜ ਦੀਆਂ ਟੀਸੀਆਂ ਤੇ ਉਨੀ ਦੇਰ ਹੈ ਜਿੰਨੀ ਦੇਰ ਤੱਕ ਇਹਨੇ ਨਿਮਰਤਾ ਦੀ ਜਾਂਚ ਨਹੀਂ ਸਿੱਖੀ, ਨਿਉਣਾ ਨਹੀਂ ਸਿੱਖਿਆ। ਜਦ ਨੀਵੇਂ ਵਾਲੇ ਪਾਸੇ ਤੁਰੇਗਾ, ਪਾਣੀ ਦਾ ਸੁਭਾਅ ਹੈ ਹਮੇਸ਼ਾ ਨਿਊਨ ਵਾਲੇ ਪਾਸੇ ਨੂੰ ਚੱਲਣਾ, ਉੱਚੇ ਤੋਂ ਥੱਲੇ ਜਾਣਾ, ਥੱਲਿਓਂ ਉੱਤੇ ਭੇਜਣਾ ਤੇ ਪ੍ਰੈਸ਼ਰ ਦੇਣਾ ਪੈਂਦਾ ਹੈ, ਮੋਟਰਾਂ ਲਾਉਣੀਆਂ ਪੈਂਦੀਆਂ ਨੇ, ਪਰ ਉੱਪਰ ਤੋਂ ਪਾਣੀ ਨੂੰ ਥੱਲੇ ਭੇਜਣ ਲਈ ਕੋਈ ਜ਼ੋਰ ਨਹੀਂ ਲੱਗਦਾ, ਕੋਈ ਉਦਮ ਦੀ ਲੋੜ ਨਹੀਂ। ਝੁਕਾਅ ਹੈ ਨਿਮਰਤਾ ਵਾਲਾ। ਤੇ ਗੁਰੂ ਸਾਹਿਬ ਜੀ ਸਾਨੂੰ ਗੱਲ ਸਮਝਾਉਂਦੇ ਬਈ, ਕਹਿੰਦੇ ਜਿਸ ਨੂੰ ਸਤਿਗੁਰੂ ਇਹ ਦਾਨ ਦੇ ਦੇਵੇ, ਅੰਦਰ ਝੁਕਣ ਦੀ ਗੱਲ ਜਿਹਨੂੰ ਸਮਝ ਆ ਜਾਏ, ਜਿਹਨੂੰ ਇਹ ਗੱਲ ਪਤਾ ਲੱਗ ਜਾਏ, ਉਹ ਫਿਰ ਹਰ ਥਾਂ ਤੇ ਉਸ ਪਰਮੇਸ਼ਰ ਨੂੰ ਪਛਾਣ ਚੱਲ ਦਿੰਦਾ ਹੈ। ਪਰ ਇਹ ਪਾਂਦੇ ਇਹ ਸਮਝ, ਜਦੋਂ ਤੱਕ ਹਉਮੈ ਤੇ ਉਸ ਵਿੱਚ ਮੇਰ ਤੇਰ ਦਾ ਵਿਤਕਰਾ ਹੈ, ਉਦੋਂ ਤੱਕ ਇਹ ਮਨ ਦਾ ਮੂੰਹ ਗੁਰੂ ਵਾਲੇ ਪਾਸੇ ਨਹੀਂ ਹੋ ਸਕਦਾ। ਪਰ ਜਦੋਂ ਗੁਰੂ ਵੱਲ ਇਹ ਮਨ ਦਾ ਮੂੰਹ ਕਰੇਗਾ ਤਾਂ ਗੁਰੂ ਨਿਮਰਤਾ ਤੇ ਹਲੀਮੀ ਦੀ ਦਾਤ ਬਖਸ਼ੇਗਾ। ਗਰੀਬੀ ਸੁਭਾਅ ਸਦਕਾ ਹੀ ਫਿਰ ਤੈਨੂੰ
ਮਨੁੱਖਤਾ ਨਾਲ ਪ੍ਰੇਮ ਕਰਨ ਦੀ ਜਾਂਚ ਆ ਜਾਏਗੀ। ਫਿਰ ਪਤਾ ਲੱਗੇਗਾ ਏਕੋ ਏਕ ਵੀ ਹਰ ਥਾਂ ਤੇ ਉਹੀ ਹੈ, ਹਰ ਥਾਂ ਤੇ ਕੇਵਲ ਪਰਮੇਸ਼ਰ ਹੈ, ਉਸ ਵਾਹਿਗੁਰੂ ਹੈ। ਫਿਰ ਤੈਨੂੰ ਅੰਦਰਲਾ ਸੁੱਖ ਮਿਲੇਗਾ। ਅੰਦਰਲਾ ਸੁੱਖ ਕਦੋਂ ਮਿਲੇਗਾ? ਜਦੋਂ ਤੇਰਾ ਮੂੰਹ ਗੁਰੂ ਵਾਲੇ ਪਾਸੇ ਹੋਏਗਾ, ਗੁਰਮੁਖ ਬਣ ਕੇ। ਪਰ ਜਿਤਨੀ ਦੇਰ ਤੱਕ ਮੂੰਹ ਮਨ ਵਾਲੇ ਪਾਸੇ ਹੈ, ਉਤਨੀ ਦੇਰ ਤੱਕ ਇਹ ਹੰਕਾਰ ਦੀਆਂ ਟੀਸੀਆਂ ਤੋਂ ਥੱਲੇ ਨਹੀਂ ਉਤਰਿਆ ਜਾ ਸਕਦਾ। ਇਸੇ ਕਰਕੇ ਕਿਹਾ, ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾ। ਟੋਏ ਤੇ ਟਿੱਬੇ, ਉਚਾਈਆਂ ਤੇ ਨਿਵਾਨ। ਮਨ ਨੂੰ ਮੈਦਾਨ ਕਰ, ਪੱਧਰਾ ਕਰ। ਪਹਿਲਾਂ ਚਿੰਤਾ ਦੀ ਤੇ ਹੰਕਾਰ ਦੋਨੇ ਚੀਜ਼ਾਂ ਤਿਆਗ। ਮਨ ਮੈਦਾਨ ਕਰਨਾ ਪਏਗਾ। ਮੈਦਾਨ ਹੁੰਦਾ ਪੱਧਰਾ, ਇੱਕੋ ਜਿਹਾ ਲੈਵਲ। ਇਸ ਨੂੰ ਮਨ ਨੂੰ ਉੱਥੇ ਦਿਆ। ਗੱਲ ਬੜੀ ਸਪਸ਼ਟ ਹੈ ਕਿ ਇਹ ਠੀਕ ਹੈ ਗੱਲ ਕਿ ਪਰਮੇਸ਼ਰ ਦਾ ਵਾਸਾ ਨੇੜੇ ਹੈ। ਅਸੀਂ ਵੀ ਇਹ ਗੱਲ ਮੰਨਦੇ ਹਾਂ, ਕਹਿਣ ਦੀ ਗੱਲ ਹੈ। ਪਰ ਵਿੱਚ ਹਉਮੈ ਦੀ ਭੀਤ ਜੀ ਬਣੀ ਹੋਈ ਹੈ, ਕੰਧ ਜੀ ਬਣੀ ਹੋਈ ਹੈ। ਹੁਣ ਕੰਧ ਦੇ ਇੱਕ ਪਾਸੇ ਇਨਸਾਨ ਖੜਾ ਹੈ, ਇੱਕ ਦੂਜੇ ਪਾਸੇ ਖੜਾ ਹੈ। ਹਾਂ, ਆਵਾਜ਼ ਸੁਣਦਾ ਹੈ, ਮਹਿਸੂਸ ਕਰਦਾ ਕੋਈ ਹੈ, ਇਹ ਵੀ ਪਤਾ ਕੌਣ ਹੈ, ਲੇਕਿਨ ਉਹਦੀ ਸ਼ਕਲ ਨਹੀਂ ਦੇਖ ਸਕਦਾ। ਸ਼ਕਲ ਕਦੋਂ ਦਿਖਦੀ ਹੈ? ਜਦੋਂ ਕੰਧ ਟੁੱਟ ਜਾਂਦੀ ਹੈ ਜਾਂ ਦਰਵਾਜ਼ਾ ਖੁੱਲ ਜਾਂਦਾ। ਹਾਂ, ਇਹ ਗੱਲ ਠੀਕ ਹੈ, ਪਰਮੇਸ਼ਰ ਹੈ, ਮਹਿਸੂਸ ਅਸੀਂ ਵੀ ਕਰਦੇ ਹਾਂ। ਪਰ ਕੰਧ ਸਾਡੇ ਅੰਦਰ ਬਣੀ ਹੈ, ਪਰ ਸਾਨੂੰ ਤਾਂ ਉਹਦੀ ਆਵਾਜ਼ ਵੀ ਨਹੀਂ ਸੁਣਦੀ। ਇਹ ਸੌਮੇ ਦੀ ਕੰਧ ਦੇ ਕਰਕੇ ਸਾਡੇ ਅੰਦਰੋਂ ਉਹ ਪਰਮੇਸ਼ਰ ਵਸਦੇ ਹੋਏ ਦਾ ਵੀ ਦੀਦਾਰ ਨਹੀਂ ਹੁੰਦਾ। ਗੁਰੂ ਸਾਹਿਬ ਕਹਿੰਦੇ ਭਾਵੇਂ ਭੰਬੀਰੀ ਦੇ ਖੰਭ ਵਰਨ ਵਾਲੋਂ ਵੀ ਬਰੀਕ ਇਹ ਕੰਧ ਹੋਵੇ। ਦੇਖੋ ਕਿੰਨੀ ਡੂੰਘੀ ਗੱਲ ਗੁਰੂ ਸਾਹਿਬ ਕਹਿੰਦੇ ਨੇ ਵੀ ਇੰਨਾ ਕੁ ਹੰਕਾਰ ਦਾ ਇੱਕ ਕਿਨਕਾ ਵੀ ਅੰਦਰ ਜਿਹੜਾ ਹੈ, ਭੰਬੀਰੀ ਦੇ ਖੰਭ ਤੋਂ ਬਰੀਕ ਦਾ ਮਤਲਬ ਵੀ ਹੰਕਾਰ ਦਾ ਇੱਕ ਕਿਨਕਾ ਵੀ ਉਹ ਨਿਰੰਕਾਰ ਤੋਂ ਦੂਰੀ ਬਣਾਈ ਰੱਖਦਾ ਹੈ। ਹੰਕਾਰ ਦਾ ਇੱਕ ਛੋਟਾ ਜਿਹਾ ਕਿਨਕਾ ਵੀ ਨਿਰੰਕਾਰ ਤੋਂ ਦੂਰੀ ਬਣਾਈ ਰੱਖਦਾ ਹੈ। ਪ੍ਰੀਤਮ ਦਾ ਦੀਦਾਰ ਕਰਨ ਦੇ ਵਿੱਚ ਇੱਕ ਵੱਡੀ ਰੁਕਾਵਟ ਹੈ, ਉਹ ਹੰਕਾਰ ਦਾ ਕਿਨਕਾ, ਹਉਮੈ ਦਾ ਕਿਨਕਾ, ਉਹ ਵੱਡੀ ਰੁਕਾਵਟ ਹੈ। ਇੱਕੋ ਇੱਕ ਕਹਿਣ ਨਾਲ ਗੱਲ ਨਹੀਂ ਬਣਦੀ, ਸਮਝਣ ਨਾਲ ਗੱਲ ਬਣਦੀ ਹੈ। ਇਸ ਕਰਕੇ ਉਹ ਨੇੜੇ ਹੋਇਆ ਵੀ ਦੂਰ ਲੱਗਦਾ ਹੈ ਤਾਂ ਨੇੜੇ, ਪਰ ਜਾਪਦਾ ਬੜੀ ਦੂਰ ਹੈ। ਕਿਉਂ? ਕਿਉਂਕਿ ਅੰਦਰ ਕੰਧ ਖੜੀ ਹੋ ਗਈ ਹੈ। ਜਦੋਂ ਆਪਾਂ ਭਾਵ ਤਿਆਗ ਕੇ ਗੁਰੂ ਦੀ ਸ਼ਰਨ ਵਿੱਚ ਆਈਏ ਤਾਂ ਫਿਰ ਗੁਰੂ ਹਉਮੈ ਦੀਆਂ ਕੰਧਾਂ ਢਾ ਦਿੰਦਾ ਹੈ ਤੇ ਨਾਲ ਵਸਦੇ ਹੋਏ ਪ੍ਰੀਤਮ ਦਾ ਦੀਦਾਰ ਹੁੰਦਾ ਹੈ। ਇਹ ਕਹਿੰਦੇ ਦੇਖ ਮਨ ਦੀ ਪੱਟੀ ਤੇ ਪਹਿਲਾਂ ਇਹਨੂੰ ਸਾਫ਼ ਕਰ। ਤਾਂ ਸਤਿਗੁਰੂ ਜੀ ਇੱਕ ਬਚਨ ਲਿਖਦੇ ਸੋਰਠ ਰਾਗ ਵਿੱਚ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਹੋਂ ਹੋਂ ਭੀਤ ਭਿਓ ਹੈ ਬੀਚੋ, ਸੁਣਤ ਦੇਸ਼ ਨਿਕਟਾਇਓ। ਸੁਣਿਆ ਤਾਂ ਸੀ ਨਾਲ ਹੀ ਵਸਦਾ, ਪਰ ਦਿਸਿਆ ਹੀ ਨਹੀਂ, ਕਿਉਂਕਿ ਅੰਦਰ ਹਉਮੈ ਦੀ ਭੀਤ ਬਣ ਗਈ, ਕੰਧ ਬਣ ਗਈ। ਕਹਿੰਦੇ ਭੰਭੀਰੀ ਕੇ ਪਾਤ ਪਾਰ ਦੋ, ਬਿਨ ਵੇਖੇ ਦੁਰਾਇਓ। ਜਦ ਦਰ ਦੇਖਿਆ ਨਹੀਂ ਫਿਰ ਦੂਰ ਹੀ ਹੈ ਨਾ, ਜਦ ਦੇਖ ਹੀ ਨਹੀਂ ਸਕਦੇ ਫਿਰ ਦੂਰ ਹੀ ਹੋਇਆ। ਭਇਓ ਕਿਰਪਾਲ ਸਰਬ ਕੋ ਠਾਕੁਰ, ਸਗਰੋ ਦੁਖ ਮਿਟਾਇਓ। ਕਿਰਪਾਲ ਪਰਮੇਸ਼ਰ, ਸਾਰਿਆਂ ਦਾ ਮਾਲਕ, ਸਾਰਿਆਂ ਦੀ ਪਾਲਣਾ ਕਰਨ ਵਾਲਾ। ਕਹੋ ਨਾਨਕ ਹਉਮੈ ਭੀਤ ਗੁਰ ਖੋਈ, ਫਿਰ ਕੀ ਹੋਇਆ? ਤੋ ਦਿਆਰ ਬੀਠਲੋ ਪਾਇਓ। ਫਿਰ ਮਿਲਿਆ, ਫਿਰ ਦਿਸ ਪੈਂਦਾ। ਤੋ ਸਭ ਤੋਂ ਗੱਲ ਜਿਹੜੀ ਸਮਝਣ ਦੀ ਲੋੜ ਹੈ, ਗੁਰੂ ਪਾਤਸ਼ਾਹ ਕਹਿੰਦੇ ਬਈ ਏਕੋ ਏਕ ਕਹੈ ਸਭ ਕੋਈ, ਏਕੋ ਇੱਕ ਸਿਰਫ ਇੱਕ ਪ੍ਰਮਾਤਮਾ, ਸਭ ਕੋਈ ਹਰੇਕ ਜੀਵ। ਹਉਮੈ ਗਰਭ ਵਿਆਪੇ, ਗਰਭ ਮੈਨੇ ਹੰਕਾਰ,
ਵਿਆਪੇ ਦਾ ਅਰਥ ਹੁੰਦਾ ਜ਼ੋਰ ਪਾਈ ਰੱਖਣਾ, ਛਾਇਆ ਰਹਿੰਦਾ। ਤੋ ਲਫ਼ਜ਼ ਕੀ ਕਹਣੇ, ਲਫ਼ਜ਼ੀ ਅਰਥਾਂ ਤੋਂ ਬਾਅਦ ਪੰਕਤੀ ਦੇ ਅਰਥ ਬਣਦੇ ਹਨ। ਉਂਝ ਤਾਂ ਹਰ ਕੋਈ ਇਹ ਵੀ ਆਖਦਾ ਕਿ ਹਰ ਵਿੱਚ ਪਰਮਾਤਮਾ, ਹਰ ਵਿੱਚ ਹੈ, ਹਰ ਥਾਂ ਤੇ ਹੈ, ਪਰਮਾਤਮਾ ਹੀ ਪਰਮਾਤਮਾ ਹੈ, ਇੱਕੋ ਇੱਕ ਹੈ। ਪਰ ਜਿਸ ਮਨ ਉੱਤੇ ਪਰਮਾਤਮਾ ਦਾ ਨਾਮ ਲਿਖਣਾ ਹੈ ਉਹ ਹਉਮੈ ਹੰਕਾਰ ਦੇ ਨਾਲ ਭਰਿਆ ਪਿਆ ਹੈ। ਹਉਮੈ ਗਰਭ ਵਿਆਪੇ, ਉਹ ਤਾਂ ਹਉਮੈ ਤੇ ਹੰਕਾਰ ਦੇ ਨਾਲ ਭਰਿਆ ਪਿਆ ਹੈ। ਫਿਰ ਅੰਤਰ ਬਾਹਰ ਏਕ ਪਛਾਨੈ, ਇਉ ਘਰ ਮਹਿਲ ਸਿਆਪੈ। ਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਅੰਤਰ ਦਾ ਮਤਲਬ ਅੰਦਰ, ਬਾਹਰ, ਬਾਹਰ ਦੂਜਿਆਂ ਵਿੱਚ, ਏਕ ਪਛਾਣੇ, ਇੱਕ ਨੂੰ ਪਛਾਣ ਲਵੇ। ਇਉਂ ਘਰ ਮਹਿਲ, ਘਰ ਮਹਿਲ ਪਰਮਾਤਮਾ ਦਾ ਘਰ, ਪਰਮਾਤਮਾ ਦਾ ਸਥਾਨ। ਸਿਆਪੇ, ਸਿਆਪੇ ਤੋਂ ਤਾਂ ਪਛਾਣ ਲੈਣਾ, ਸਿਆਣ ਲੈਣਾ, ਪਛਾਣਿਆ ਜਾਂਦਾ ਹੈ। ਕਹਿੰਦੇ ਨੇ ਗੁਰੂ ਪਾਤਸ਼ਾਹ ਜੀ, ਗੁਰੂ ਨਾਨਕ ਸਾਹਿਬ, ਹੈ ਪਾਂਦੇ, ਦੇਖ ਮਨ ਦੀ ਪੱਟੀ ਤੇ ਜਿੱਥੇ ਰਾਮ ਨਾਮ ਲਿਖਣਾ, ਜੇ ਨਹੀਂ ਮਨ ਦੀ ਪੱਟੀ ਸਾਫ਼, ਫਿਰ ਜੰਜਾਲ ਹਨ। ਜੇ ਮਨ ਦੀ ਪੱਟੀ ਸਾਫ਼ ਨਹੀਂ ਕੀਤੀ, ਫਿਰ ਜੰਜਾਲ ਲਿਖ ਰਿਹਾ, ਲਿਖ ਤਾਂ ਰਿਹਾ ਪਰ ਜੰਜਾਲ ਲਿਖੇ ਜਾ ਰਹੇ ਨੇ। ਕਰਦੇ ਅਸੀਂ ਵੀ ਹਾਂ, ਪਰ ਜੇ ਅੰਦਰੋਂ ਮਨ ਦੀ ਪੱਟੀ ਸਾਫ਼ ਨਹੀਂ ਹੋਈ ਤਾਂ ਫਿਰ ਉਸ ਪਾਂਧੇ ਵਾਂਗੂ ਅਸੀਂ ਜੰਜਾਲ ਹੀ ਲਿਖ ਰਹੇ ਹਾਂ। ਜੰਜਾਲ ਨਹੀਂ ਲਿਖਣੇ, ਨਿਰੰਕਾਰ ਦਾ ਨਾਮ ਲਿਖਣਾ ਹੈ। ਜੰਜਾਲ ਲਿਖ ਕੇ ਜੀਵਨ ਐਵੇਂ ਚਲਾ ਜਾਏਗਾ। ਹੁਣ ਇਹ ਹੋਏਗਾ ਕਿਵੇਂ? ਕਹਿੰਦੇ ਨੇ ਜੇ ਕੋਈ ਮਨੁੱਖ ਹੰਕਾਰ ਦਾ ਪਰਛਾਵਾਂ ਦੂਰ ਕਰ ਦੇਵੇ, ਹਉਮੈ ਗਰਭ ਦੀ ਗੱਲ ਖਤਮ ਕਰ ਦੇਵੇ, ਅੰਤਰ ਬਾਹਰ ਇੱਕ ਪਛਾਣੇ, ਫਿਰ ਆਪਣੇ ਹਿਰਦੇ ਵਿੱਚ ਤੇ ਸਾਰੀ ਸ੍ਰਿਸ਼ਟੀ ਵਿੱਚ, ਅੰਤਰ ਬਾਹਰ ਦਾ ਮਤਲਬ ਆਪਣੇ ਅੰਦਰ ਤੇ ਬਾਹਰ ਸਾਰੀ ਸ੍ਰਿਸ਼ਟੀ ਵਿੱਚ ਇੱਕ ਪਰਮਾਤਮਾ ਦੀ ਪਛਾਣ ਕਰ ਲਵੇ, ਪਹਿਚਾਨ ਹੋ ਜਾਏ। ਫਿਰ ਕਹਿੰਦੇ ਨੇ ਇਸ ਪਛਾਣ ਨਾਲ ਤਾਂ ਫਿਰ ਪਰਮਾਤਮਾ ਦਾ ਘਰ ਵੀ ਲੱਭ ਪੈਂਦਾ ਹੈ, ਉਹਦਾ ਟਿਕਾਣਾ ਵੀ ਮਿਲ ਜਾਂਦਾ ਹੈ। ਜੋ ਕਿਸੇ ਨੂੰ ਲੱਭਣਾ ਹੋਵੇ ਤਾਂ ਉਹਦੀ ਪਛਾਣ ਸਭ ਤੋਂ ਪਹਿਲਾਂ ਜ਼ਰੂਰੀ ਹੈ। ਇੱਕ ਇਨਸਾਨ ਕਿਸੇ ਨੂੰ ਮਿਲਣ ਚੱਲਿਆ, ਸਪੋਜ਼ ਕਰ ਲਈਏ, ਮੰਨ ਲਈਏ ਵੀ ਅਸੀਂ ਸਾਰੇ ਬੈਠੇ ਹਾਂ, ਤੁਸੀਂ ਮੈਨੂੰ ਮਿਲਣਾ, ਮੇਰੀ ਤੁਹਾਡੀ ਕੋਈ ਪਹਿਲਾਂ ਜਾਣ ਪਛਾਣ ਨਹੀਂ ਹੈ। ਜੇ ਮਿਲਣ ਤੋਂ ਜਾਣ ਤੋਂ ਪਹਿਲਾਂ ਤੁਸੀਂ ਮੈਨੂੰ ਪੁੱਛੋਗੇ ਤੁਸੀਂ ਕਿੱਥੇ ਰਹਿੰਦੇ ਹੋ, ਤੁਹਾਡਾ ਪਤਾ ਕੀ ਹੈ, ਤੁਹਾਡਾ ਐਡਰੈਸ ਕੀ ਹੈ, ਫਿਰ ਤੁਹਾਡੀ ਫੋਟੋ ਕੋਈ ਹੈ ਭੇਜ ਦਿਓ, ਤੁਹਾਡੀ ਸ਼ਕਲ ਦੇਖ ਕੇ ਜੇ ਸਾਡੇ ਸਾਹਮਣੇ ਵੀ ਖੜੇ ਹੋ ਜਾਓ, ਜੇ ਤੁਹਾਨੂੰ ਪਛਾਣਦੇ ਹੀ ਨਾ ਤਾਂ ਫਿਰ ਕਿਵੇਂ ਅਸੀਂ ਲੱਭ ਲਵਾਂਗੇ? ਦੇਖੋ ਗੱਲ ਤਾਂ ਬੜੀ ਕਮਾਲ ਦੀ ਹੈ। ਪਛਾਣ ਦੇ ਲਈ ਇੰਨਾ ਕੱਦ ਹੈ, ਇੰਨੀ ਲੰਬਾਈ ਚੜਾਈ ਹੈ, ਇਹੋ ਜਿਹੀ ਸ਼ਕਲ ਹੈ, ਅੰਦਾਜ਼ੇ ਦੇ ਲਾ ਕੇ ਇਨਸਾਨ ਤੁਰਦਾ ਹੈ। ਤੇ ਜੇ ਰੱਬ ਨੂੰ ਲੱਭਣਾ ਹੈ ਫਿਰ ਕਹਿੰਦੇ ਨੇ ਉਹਦੇ ਲਈ ਗੁਣ ਹੈ ਤੇ ਉਹਦੀ ਹਰ ਥਾਂ ਤੇ ਪਛਾਣ ਕਰਨੀ। ਕਹਿੰਦੇ ਸਭ ਤੋਂ ਪਹਿਲਾਂ ਇਹ ਪਛਾਣ ਕਰ ਵੀ ਉਹ ਹਰ ਥਾਂ ਤੇ ਹੈ। ਜਦੋਂ ਹੰਕਾਰ ਦੀਆਂ ਟੀਸੀਆਂ ਤੋਂ ਉਤਰ ਜਾਏਗਾ, ਪਰਮਾਤਮਾ ਨੂੰ ਸਰਵ ਵਿਆਪਕ ਸਮਝ ਲਵੇਗਾ, ਜਾਣ ਲਵੇਗਾ, ਤਾਂ ਫਿਰ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਪਣੇ ਮੂਲ ਰੂਪ ਪ੍ਰਭੂ ਦੀ ਪਹਿਚਾਣ ਹੋ ਜਾਏਗੀ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜਦਾ ਹੈ, ਗੁਰੂ ਦੇ ਸੱਚੇ ਸ਼ਬਦ ਦੀ ਬਰਕਤ ਨਾਲ ਪਰਮਾਤਮਾ ਦੇ ਦਰ ਤੇ ਸਿਫਤ ਸਲਾਹ ਦੀ ਰਾਹਦਾਰੀ ਲੈ ਕੇ ਜਾਂਦਾ ਹੈ। ਉਸ ਪਰਮੇਸ਼ਰ ਦੇ ਘਰ ਉਹਦੀ ਸਿਫਤ ਸਲਾਹ ਦਾ ਉਹਨੂੰ ਲਾਇਸੈਂਸ ਮਿਲ ਜਾਂਦਾ ਹੈ। ਰਾਹਦਾਰੀ ਕੀ ਹੁੰਦੀ ਹੈ? ਇਹ ਪਿੱਛੇ ਔਕਟਰਾ ਜੋ ਚੁੰਗੀਆਂ ਸੀ, ਕਹਿੰਦੇ ਮਸੂਲ ਲੱਗਦਾ ਸੀ, ਪਰ ਜੇ
ਉਹ ਸਮਾਨ ਉਸ ਸ਼ਹਿਰ ਵਿੱਚ ਨਾ ਉਤਾਰਨਾ ਹੋਵੇ ਤਾਂ ਚੁੰਗੀ ਦੇ ਉੱਤੋਂ ਇੱਕ ਪਰਚੀ ਕਟਾਉਣੀ ਪੈਂਦੀ ਸੀ, ਉਹਨੂੰ ਕਹਿੰਦੇ ਸੀ ਰਾਹਦਾਰੀ। ਭਾਵ ਇਸ ਸ਼ਹਿਰ ਵਿੱਚ ਮਾਲ ਨਹੀਂ ਉਤਰਨਾ, ਅੱਗੇ ਜਾਣਾ ਹੈ। ਉਹਨੂੰ ਉੱਥੇ ਕੋਈ ਰੋਕ ਨਹੀਂ ਸੀ ਸਕਦਾ, ਪਰਚੀ ਦਿਖਾਵੇ ਅੱਗੇ ਜਾ ਸਕਦਾ ਸੀ। ਉਹਨੂੰ ਰਾਹਦਾਰੀ ਕਹਿੰਦੇ ਸੀ। ਰਾਹਦਾਰੀ ਬਣਾ ਦਿਓ, ਮਸੂਲ ਨਹੀਂ ਕੱਟਣਾ, ਰਾਹਦਾਰੀ ਬਣਾ ਦਿਓ। ਤੋ ਰਾਹਦਾਰੀ ਦਾ ਅਸਰ ਕੀ ਹੈ? ਜਦੋਂ ਪਰਮੇਸ਼ਰ ਦੀ ਪਛਾਣ ਹੋ ਜਾਏ, ਉਸ ਬੰਦਗੀ ਦੀ ਰਾਹਦਾਰੀ ਦੇ ਨਾਲ ਉਹ ਪਰਮੇਸ਼ਰ ਦੇ ਘਰ ਵਿੱਚ ਪਹੁੰਚ ਜਾਂਦਾ ਹੈ, ਉਸ ਟਿਕਾਣੇ ਤੇ ਪਹੁੰਚ ਜਾਂਦਾ ਹੈ। ਉਸ ਦਾ ਵਾਸਾ ਆਪਣੇ ਨਿੱਜ ਘਰ ਵਿੱਚ ਸਦਾ ਲਈ ਉੱਥੇ ਹੋ ਜਾਂਦਾ ਹੈ। ਪਹਿਲਾਂ ਅੰਤਰ ਬਾਹਰ ਏਕ ਪਛਾਣੇ ਦੀ ਗੱਲ ਹੈ। ਅੰਤਰ ਬਾਹਰ ਏਕ ਪਛਾਣੇ। ਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਇਉਂ ਘਰ ਮਹਿਲ ਸਿਆਪੈ, ਵੀ ਪਹਿਲਾਂ ਉਹਨੂੰ ਪਛਾਣ ਕਰ, ਨਿੱਜ ਘਰ ਵਿੱਚ ਉਹਨੂੰ ਦੇਖ। ਜਦੋਂ ਗੁਰੂ ਦੇ ਸ਼ਬਦ ਰਾਹੀਂ ਤੂੰ ਜੁੜੇਗਾ, ਤੇਰੀ ਤ੍ਰਿਸ਼ਨਾ ਮੁੱਕ ਜਾਏਗੀ, ਭਟਕਣਾ ਖਤਮ ਹੋ ਜਾਏਗੀ। ਫਿਰ ਕੀ ਹੋਏਗਾ? ਕਹਿੰਦੇ ਨੇ ਫਿਰ ਤੇਰੇ ਹਿਰਦੇ ਦਾ ਕਮਲ ਰੂਪੀ ਫੁੱਲ ਜਿਹੜਾ ਹੈ ਉਹ ਖੜਾਓ ਵਿੱਚ ਆ ਜਾਏਗਾ, ਆਨੰਦ ਬਣ ਜਾਏਗਾ, ਅੰਦਰ ਖੁਸ਼ੀ ਦੇ ਵੀ ਗੀਤ ਵੱਜਣਗੇ, ਖੁਸ਼ੀ ਦੇ ਗੀਤ ਵੱਜਣਗੇ। ਪਰ ਜਦੋਂ ਸੰਸਾਰ ਵੱਲ ਵੇਖੀਏ ਤਾਂ ਹਉਮੈ ਦੇ ਅਧੀਨ ਇਹ ਹੋਇਆ ਮਨੁੱਖ ਜਿਹੜਾ ਨਿੰਮੋ ਝੂਣਾ ਜਿਹਾ ਐਵੇਂ ਤੁਰਿਆ ਫਿਰਦਾ, ਟੁੱਟਿਆ ਹੋਇਆ। ਇਹੋ ਜਿਹੇ ਵਿਅਕਤੀ ਜਿਨ੍ਹਾਂ ਦੇ ਅੰਦਰ ਹਉਮੈ ਹੈ, ਉਹਨੂੰ ਕਾਮ ਕ੍ਰੋਧ ਦੀ ਜ਼ਹਿਰ ਮਾਰਦੀ ਹੈ। ਤੇ ਜਿਹੜੇ ਅੰਦਰ ਗੁਰੂ ਦੇ ਸ਼ਬਦ ਦੀ ਰਾਹਦਾਰੀ ਹੈ, ਉਹ ਨਿਰੰਕਾਰ ਦਾ ਘਰ ਪਛਾਣ ਲੈਂਦਾ ਹੈ। ਪੰਥ ਜਗਤ ਵਿੱਚ ਭਾਗਾਂ ਵਾਲੇ ਮਨੁੱਖ ਹਨ ਜੋ ਅੰਦਰ ਟਿਕ ਕੇ ਆਪਣੇ ਪ੍ਰੀਤਮ ਦੇ ਨਿੱਜ ਘਰ ਦਾ ਆਨੰਦ ਮਾਣਦੇ ਹਨ। ਭਾਗਾਂ ਵਾਲੇ ਹਨ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਬਚਨ ਗੌੜੀ ਰਾਗ ਵਿੱਚ ਆਉਂਦਾ ਹੈ। ਕਹਿੰਦੇ ਅੰਤਰ ਬਾਹਰ ਇੱਕੋ ਜਾਣੈ, ਗੁਰ ਕੈ ਸ਼ਬਦ ਆਪ ਪਛਾਣੈ। ਗੁਰੂ ਦੇ ਸ਼ਬਦ ਨਾਲ ਆਪਣੇ ਆਪ ਦੀ ਪਛਾਣ ਕਰੇ। ਸਾਚਾ ਸ਼ਬਦ ਦਰ ਨਿਸ਼ਾਨੇ, ਉਹ ਸੱਚੇ ਦੇ ਸ਼ਬਦ ਨਾਲ ਦਰ ਦੀ ਰਾਹਦਾਰੀ ਮਿਲਦੀ ਹੈ। ਸ਼ਬਦ ਮਰੇ ਤਿਸ ਨਿਜ ਘਰ ਵਾਸਾ, ਘਰ ਸਿਆਪੈ, ਨਿਜ ਘਰ ਵਾਸਾ। ਸ਼ਬਦ ਨਾਲ, ਗੁਰੂ ਦੇ ਸ਼ਬਦ ਦੀ ਬਰਕਤ ਨਾਲ ਆਵੇ ਨਾ ਜਾਏ ਚੁੱਕੇ ਆਸਾ, ਆਵਾਗਮਨ ਖਤਮ ਹੋ ਗਿਆ। ਗੁਰ ਕੈ ਸ਼ਬਦ ਕਮਲ ਪ੍ਰਗਾਸ, ਗੁਰੂ ਦੇ ਸ਼ਬਦ ਨਾਲ ਹਿਰਦੇ ਦਾ ਕਮਲ ਪ੍ਰਗਾਸਾ ਹੋ ਜਾਂਦਾ ਹੈ। ਗੁਰ ਕੈ ਸ਼ਬਦ ਕਮਲ ਪ੍ਰਗਾਸਾ, ਕਮਲ ਜਿਹੜਾ ਸੀ ਖਿੜਾਓ ਚ ਆ ਗਿਆ। ਜੋ ਦੀਸੈ ਸੋ ਆਸ ਨਿਰਾਸਾ, ਕਾਮ ਕ੍ਰੋਧ ਵਿਖ ਭੂਖ ਪਿਆਸਾ, ਨਾਨਕ ਵਿਰਲੇ ਮਿਲੇ ਉਦਾਸਾ। ਕਹਿੰਦੇ ਮੈਂ ਤਾਂ ਦੇਖਦਾ ਜਗਤ ਤਾਂ ਸੜੀ ਜਾਂਦਾ, ਪਰ ਜਦੋਂ ਝਾਤੀ ਮਾਰਦਾ ਹਾਂ ਕੋਈ ਵਿਰਲਾ ਹੀ ਹੈ ਜਿਹੜਾ ਇਸ ਜਗਤ ਤੋਂ ਉਦਾਸ ਹੋ ਗਿਆ। ਉਦਾਸ ਦਾ ਮਤਲਬ ਇਹਦੀ ਅਸਲੀਅਤ ਨੂੰ ਸਮਝ ਲੈਂਦਾ, ਬਾਹਰ ਨਹੀਂ, ਫਿਰ ਅੰਤਰਮੁਖੀ ਹੋ ਕੇ ਉਸ ਪ੍ਰੀਤਮ ਨੂੰ ਦੇਖਦਾ ਹੈ, ਉਹਦੇ ਨਿੱਜ ਘਰ ਦਾ ਆਨੰਦ ਮਾਣਦਾ। ਤੋ ਸਤਿਗੁਰੂ ਜੀ ਕਹਿੰਦੇ ਬਈ ਭਾਂਦੇ ਦੇਖ ਅੰਤਰ ਬਾਹਰ ਏਕ ਪਛਾਣੈ, ਇਉਂ ਘਰ ਮਹਿਲ ਸਿਆਪੈ। ਇਹ ਢੰਗ ਹੈ। ਪ੍ਰਭ ਨੇੜੈ ਹਰ ਦੂਰ ਨਾ ਜਾਣੋ, ਏਕੋ ਸ੍ਰਿਸ਼ਟ ਸਬਾਈ। ਨੇੜੇ, ਨੇੜੇ ਦਾ ਮਤਲਬ ਨਾਲ, ਦੂਰ ਨਾ ਜਾਣੋ। ਇਹ ਪਾਂਡੇ ਨੂੰ ਕਿਤੇ ਦੂਰ ਨਾ ਸਮਝ, ਕਿਤੇ ਨੂੰ ਦੂਰ ਨਾ ਸਮਝ ਬੈਠ। ਇੱਕੋ ਸ੍ਰਿਸ਼ਟ ਸਬਾਈ, ਇੱਕੋ ਦਾ ਮਤਲਬ ਇੱਕੋ ਪ੍ਰਭੂ ਹੀ, ਸ੍ਰਿਸ਼ਟੀ ਦਾ, ਸਾਰੀ ਸ੍ਰਿਸ਼ਟੀ ਦਾ, ਸਬਾਈ ਦਾ ਸਾਰੀ। हे ਪਾਂਡੇ ਦੇਖ ਪ੍ਰਮਾਤਮਾ ਤੇਰੇ ਨੇੜੇ, ਤੇਰੇ ਹਿਰਦੇ ਵਿੱਚ ਹੈ, ਹਿਰਦੇ ਵਿੱਚ ਵਸ ਰਿਹਾ ਹੈ। ਉਸ ਨੂੰ ਆਪਣੇ ਤੋਂ ਦੂਰ ਨਾ ਸਮਝ।
ਉਸ ਨੂੰ ਆਪਣੇ ਤੋਂ ਦੂਰ ਨਾ ਸਮਝ, ਕਿਤੇ ਬਾਹਰ ਦੇਖਣ ਨਾ ਜਾ। ਇੱਕੋ ਸ੍ਰਿਸ਼ਟ ਸਬਾਈ, ਔਰ ਸਾਰੀ ਸ੍ਰਿਸ਼ਟੀ ਵਿੱਚ ਵੀ ਇੱਕੋ ਹੀ ਮੌਜੂਦ ਹੈ। ਸਬਾਈ ਦਾ ਅਰਥ ਹੈ ਸਾਰੀ। ਜੇ ਤੇਰੇ ਨੇੜੇ ਹੈ ਤਾਂ ਸਾਰੀ ਸ੍ਰਿਸ਼ਟੀ ਵਿੱਚ ਵੀ ਉਹ ਪਰਮੇਸ਼ਰ ਹੀ ਮੌਜੂਦ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਬਈ ਦੂਰ ਕਦੋਂ ਜਾਪਦਾ ਹੈ? ਜਦੋਂ ਮਨੁੱਖ ਮਾਇਆ ਦੀ ਮਮਤਾ ਵੀ ਸੌ ਜਾਂਦਾ ਹੈ, ਜਦੋਂ ਮੋਹ ਦੇ ਵਿੱਚ ਫਸਿਆ ਹੋਇਆ ਹੈ। ਮੋਹ ਮੋਹਿਆ ਜਾਣੇ ਦੂਰ ਹੈ, ਕਹੋ ਨਾਨਕ ਸਦਾ ਹਦੂਰ ਹੈ। ਕਹਿੰਦੇ ਹੈ ਤਾਂ ਨਾਲ ਸਦਾ ਹੀ ਹੈ, ਪਰ ਦੂਰੀ ਕਿਉਂ ਬਣ ਗਈ? ਕਿਉਂਕਿ ਮੋਹ ਦੀਆਂ ਤੰਦਾਂ ਵੱਜ ਗਈਆਂ। ਮੋਹ ਉਹਦੇ ਬਣਾਏ ਹੋਏ ਜਗਤ ਨਾਲ ਬਣ ਗਿਆ। ਜਿਹੜੇ ਮਨੁੱਖ ਪ੍ਰਭੂ ਦੇ ਚਰਨ ਸ਼ਰਨ ਵਿੱਚ ਆ ਜਾਂਦੇ ਹਨ, ਉਸ ਦਇਆ ਦੇ ਖਜ਼ਾਨੇ ਪਰਮੇਸ਼ਰ ਨੂੰ ਸਮਝ ਲੈਂਦੇ ਹਨ, ਉਹਨਾਂ ਨੂੰ ਇਹ ਗੱਲ ਸਮਝ ਆਉਂਦੀ ਹੈ ਕਿ ਵੀ ਆਪਾ ਭਾਵ ਦੂਰ ਕਰਨ ਤੋਂ ਬਿਨਾਂ ਪਰਮੇਸ਼ਰ ਨੂੰ ਨੇੜੇ ਦੇਖਿਆ ਨਹੀਂ ਜਾ ਸਕਦਾ। ਜਦੋਂ ਅੰਦਰੋਂ ਆਪਾ ਭਾਵ ਦੂਰ ਹੋ ਜਾਂਦਾ ਹੈ, ਉਹ ਫਿਰ ਪਰਮੇਸ਼ਰ ਦਾ ਰੂਪ ਹੋ ਜਾਂਦੇ ਹਨ, ਔਰ ਡੋਲ ਚਿਤ ਹੋ ਕੇ ਸਦਾ ਆਨੰਦ ਦੀ ਅਵਸਥਾ ਵਿੱਚ ਟਿਕੇ ਰਹਿੰਦੇ ਨੇ। ਅਜਿਹੇ ਮਨੁੱਖਾਂ ਨੂੰ ਪਰਮਾਤਮਾ ਨੂੰ ਲੱਭਣ ਲਈ ਪਹਾੜਾਂ ਦੀਆਂ ਉੱਚੀਆਂ ਕੰਧਰਾਂ ਦੇ ਚੋਟੀਆਂ ਤੇ ਕੰਧਰਾਂ ਤੇ ਨਹੀਂ ਜਾਣਾ ਪੈਂਦਾ, ਔਰ ਨਾ ਹੀ ਜੰਗਲਾਂ ਵਿੱਚ ਜਾ ਕੇ ਫਿਰਨਾ ਪੈਂਦਾ ਹੈ। ਉਹਨਾਂ ਨੂੰ ਇਹ ਗੱਲ ਸਮਝ ਆ ਜਾਂਦੀ ਹੈ, ਜੋ ਚਾਹਤ ਸੋਈ ਜਬ ਪਾਇਆ, ਤਬ ਢੂੰਡਣ ਕਹਾਂ ਕੋ ਆਇਆ। ਫਿਰ ਕੀ ਲੋੜ ਹੈ ਲੱਭਣ ਦੀ? ਫਿਰ ਕਿਉਂ ਉੱਤੇ ਤੁਰੇ ਫਿਰਨ ਘਰ-ਬਾਰ ਛੱਡ ਕੇ? ਉਹਨਾਂ ਨੂੰ ਸਮਝ ਆ ਗਈ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਉਹ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਰਿੰਦਰ ਘਟ ਹੀ ਖੋਜੋ ਭਾਈ। ਇਹ ਗੱਲ ਸਮਝ ਆ ਗਈ। ਬਾਹਰ ਭੀਤਰ ਇੱਕੋ ਜਾਣੋ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੈ, ਮਿਟੇ ਨਾ ਭਰਮ ਕੀ ਕਾਈ। ਭਰਮ ਦਾ ਜਾਲਾ ਨਹੀਂ ਲੱਥਣਾ, ਭੁਲੇਖਿਆਂ ਦਾ ਜਾਲਾ ਦੂਰ ਨਹੀਂ ਹੋਣਾ, ਜਦ ਤੱਕ ਗੁਰੂ ਦੀ ਸ਼ਰਨ ਪੈ ਕੇ ਆਪਣੇ ਆਪ ਦੀ ਪਛਾਣ ਨਹੀਂ ਹੁੰਦੀ। ਹੈ ਤਾਂ ਨਾਲ ਹੀ ਹੈ, ਸਾਨੂੰ ਨਹੀਂ ਪਤਾ। ਸੋ ਅੰਤਰ ਸੋ ਬਾਹਰ ਅਨੰਤ, ਸੁਖਮਨੀ ਕੇਵਲ ਪੜ੍ਹਨ ਲਈ ਤਾਂ ਨਹੀਂ। ਅਸੀਂ ਕਈ ਵਾਰੀ ਪੜ੍ਹ ਲਿਆ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ। ਇਹ ਕੇਵਲ ਪੜ੍ਹਨ ਦੀ ਲਈ ਨਹੀਂ ਹੈ, ਸਮਝਣ ਲਈ ਹੈ। ਧਰਨ ਮਾਹੇ ਆਕਾਸ਼ ਪਿਆਲ, ਧਰਤੀ ਚ ਆਕਾਸ਼ ਵਿੱਚ, ਸਰਬ ਲੋਕ ਪੂਰਨ ਪ੍ਰਤਪਾਲ, ਪਾਲਣਾ ਕਰਨ ਵਾਲਾ ਹੈ। ਬਨ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆ ਗਿਆ ਤੈਸਾ ਕਰਮ। ਪੌਣ ਪਾਣੀ ਬੈ ਸੰਤਰ ਮਾਏ, ਚਾਰ ਕੁੰਡ ਦਾ ਦਿਸੇ ਸਮਾਏ। ਤਿਸਤੇ ਭਿੰਨ ਨਹੀਂ ਕੋ ਠਾਉ, ਤਿਸਤੇ ਭਿੰਨ ਨਹੀਂ ਕੋ ਠਾਉ, ਗੁਰ ਪ੍ਰਸਾਦ ਨਾਨਕ ਸੁਖ ਪਾਉ। ਉਦੋਂ ਭਿੰਨ ਤੋਂ ਹੈ ਕੋਈ ਜਗ੍ਹਾ ਹੀ ਕੋਈ ਨਹੀਂ, ਨੇੜੇ ਹੈ, ਦੂਰ ਵੀ ਨਹੀਂ। तो सतगुरु जी कहते, गुरु पातशाह जी, प्रभ नेड़ा हर दूर ना जानो, एको सृष्ट सबाई, एक अंकार अवर नहीं दूजा, नानक एक समाई। समाई का अर्थ होंदा हर थां ते वसिया होया। एक अंकार सर्व व्यापक परमात्मा, एक ओंकार, बस ਉਹੀ ਸਭ ਜਗ੍ਹਾ ਤੇ ਹੈ। ਵੀ ਇਹ ਪੰਡਿਤ, ਜਦੋਂ ਹਿਰਦੇ ਵਿੱਚ ਵਸਦੇ ਹੋਏ ਪਰਮੇਸ਼ਰ ਨੂੰ ਤੂੰ ਸਮਝ ਲਵੇਂਗਾ, ਉਹ ਸਾਰੀ ਸ੍ਰਿਸ਼ਟੀ ਵਿੱਚ ਮੌਜੂਦ ਹੈ, ਉਹ ਸਰਵ ਵਿਆਪਕ ਪਰਮਾਤਮਾ ਹਰ ਥਾਂ ਸਮਾਇਆ ਹੋਇਆ ਹੈ, ਉਸ ਤੋਂ ਬਿਨਾਂ ਹੋਰ ਕੋਈ ਦੂਜਾ ਹੈ ਹੀ ਨਹੀਂ।
तुध बिन दूजा नाही कोई। फिर एक गल समझ आ जाएगी। ये केवल कहण दी गल्लां नहीं ਹਨ, ਇਹਨੂੰ ਮਹਿਸੂਸ ਕਰਨ ਦੀ ਲੋੜ ਹੈ, ਸਮਝਣ ਦੀ ਲੋੜ ਹੈ। ਗੁਰੂ ਪਾਤਸ਼ਾਹ ਜੀ ਨੇ ਅਗਲੀ ਪੌੜੀ ਵਿੱਚ ਵਿਚਾਰ ਦਿੱਤੇ ਹਨ। ਇਸ ਕਰਤੇ ਕੋ ਕਿਉਂ ਗਹਿ ਰਾਖੂੰ, ਅਫਰਿਓ ਤੁਲਿਓ ਨਾ ਜਾਈ। ਮਾਇਆ ਕੇ ਦੇਵਾਨੇ ਪ੍ਰਾਣੀ ਝੂਠ ਠਗੋਰੀ ਪਾਈ। ਲੱਭ ਲੋਭ ਮੁਹਤਾਜ ਬੇਗੁੱਤੇ, ਇਹ ਤਬ ਫਿਰ ਪਛਤਾਈ। ਏਕ ਸਰੇਵੇ ਤਾਂ ਗਤ ਮਿਤ ਪਾਵੇ, ਆਵਨ ਜਾਨ रहाई। इस करते को क्यों गह राखूं, इस करते इस परमात्मा ਨੂੰ, ਨੇੜੇ ਵਸਦੇ ਪਰਮੇਸ਼ਰ ਨੂੰ, ਨਾਲ ਵਸਦੇ ਪਰਮਾਤਮਾ ਨੂੰ। ਭਾਵ ਮੇਰੇ ਨਾਲ ਪਰਮੇਸ਼ਰ ਵਸਦਾ ਹੈ। ਗਹਿ ਦਾ ਹੁੰਦਾ ਫੜਨਾ, ਰਾਖੂੰ ਦਾ ਅਰਥ ਟਿਕਾਉਣਾ। ਵੀ ਇਸ ਪਰਮੇਸ਼ਰ ਨੂੰ ਕਿਵੇਂ ਫੜਾਂ ਤੇ ਕਿਵੇਂ ਟਿਕਾਵਾਂ। ਅਫਰਿਓ ਫੜਿਆ ਨਹੀਂ ਜਾ ਸਕਦਾ, ਜਿਹੜਾ ਫੜਨ ਤੋਂ ਬਾਹਰ ਹੋਵੇ। ਤੁਲਿਓ ਜਦੋਂ ਤੁਲਿਆ ਨਹੀਂ ਜਾ ਸਕਦਾ, ਜਿਹੜੀ ਚੀਜ਼ ਤੁਲ ਜੇ ਉਹਦਾ ਤਾਂ ਮੁੱਲ ਪੈ ਗਿਆ। ਅਸੀਂ ਕਹਿੰਦੇ ਜੀ 1 ਕਿਲੋ ਦਾ ਇੰਨਾ ਮੁੱਲ, ਇਹਦਾ ਮਤਲਬ ਚੀਜ਼ ਤੁਲ ਗਈ। ਜਿਹੜੀ ਚੀਜ਼ ਤੁਲ ਗਈ ਉਹਦਾ ਮੁੱਲ ਹੈ, ਪਰ ਪਰਮੇਸ਼ਰ ਦਾ ਮੁੱਲ ਹੀ ਨਹੀਂ, ਇਸ ਕਰਕੇ ਉਹ ਤੋਲਿਆ ਨਹੀਂ ਜਾ ਸਕਦਾ, ਤੋਲ ਤੋਂ ਬਾਹਰ ਹੈ। ਭਾਵ ਉਹਦੀ ਵਡਿਆਈ ਦੀ ਅੰਤ ਨਹੀਂ ਪੈ ਸਕਦਾ। ਅਤੁਲਿਓ ਦਾ ਅਰਥ ਕੀ ਹੈ? ਤੁਲਿਓ ਦਾ ਅਰਥ ਕੀ ਹੈ? ਉਹਦੀ ਵਡਿਆਈ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸ਼ਬਦਾਂ ਦੇ ਨਾਲ ਉਹਦੀ ਵਡਿਆਈ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਤਾਂ ਇਸ ਇੱਕ ਜ਼ਬਾਨ ਦੇ ਨਾਲ ਕਿਵੇਂ ਉਹਦੇ ਗੁਣਾਂ ਨੂੰ ਕਹਿ ਸਕਦੇ ਹਾਂ? ਜ਼ਿਹਬਾ ਏਕ ਕਵਨ ਗੁਣ ਕਹੀ ਹੈ, ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਈਐ। ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰ ਨ ਸਾਕੂ, ਤੂੰ ਠਾਕੁਰ ਊਚ ਭਗਵਾਨਾ। ਕਿੰਨੇ ਗੁਣ ਕਿਵੇਂ ਤੋਲਿਆ ਜਾ ਸਕਦਾ? हे ਪੰਡਿਤ ਦੇਖ, ਭਾਵੇਂ ਕਰਤਾਰ ਅੰਦਰ ਵਸ ਰਿਹਾ ਹੈ, ਇਸ ਕਰਤੇ ਕੋ, ਇਸ ਕਰਤਾਰ ਨੂੰ, ਅੰਦਰ ਵਸਦੇ ਪਰਮਾਤਮਾ ਨੂੰ, ਪਰ ਜਦ ਤੱਕ ਅੰਦਰ ਹਉਮੈ ਹੰਕਾਰ ਹੈ, ਉਹ ਮਨ ਵਿੱਚ ਨਹੀਂ ਵਸ ਸਕਦਾ, ਉਹਨੂੰ ਟਿਕਾਇਆ ਨਹੀਂ ਜਾ ਸਕਦਾ। ਜਦ ਤੱਕ ਤੇ ਅੰਦਰ ਹਉਮੈ ਹੰਕਾਰ ਹੈ, ਉਹਦੀ ਵਡਿਆਈ ਦੀ ਕਦਰ ਨਹੀਂ ਪੈ ਸਕਦੀ। ਭਾਵ ਉਹਦੀਆਂ ਸਿਫਤਾਂ ਦੇ ਨਾਲ, ਉਸ ਪਰਮੇਸ਼ਰ ਦੀ ਵਡਿਆਈਆਂ ਦੇ ਨਾਲ ਸ਼ਬਦ ਮੁੱਕ ਸਕਦੇ ਹਨ, ਪਰ ਵਡਿਆਈਆਂ ਖਤਮ ਨਹੀਂ ਹੋ ਸਕਦੀਆਂ। ਨਾ ਹੀ ਤੂੰ ਕਦੀ ਉਹਦੀ ਵਡਿਆਈ ਦੀ ਕਦਰ ਪਾ ਸਕਦਾ ਹੈ। ਕਿਉਂ? ਕਿਉਂਕਿ ਅੰਦਰ ਹੰਕਾਰ ਹੈ, ਅੰਦਰ ਹਉਮੈ ਹੈ। ਦੇਖ ਪਾਂਡੇ, ਹਉਮੈ ਦੇ ਨਾਲ ਨਾਮ ਦਾ ਵਿਰੋਧ ਹੈ। ਦੋਨੇ ਇਕੱਠੇ ਰਹਿੰਦੇ ਨੇ। ਜੇ ਹੰਕਾਰ ਹੈ ਤਾਂ ਨਾਮ ਨਹੀਂ ਹੈ, ਜੇ ਨਾਮ ਹੈ ਫਿਰ ਹੰਕਾਰ ਨਹੀਂ ਹੈ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਠਾਏ। ਇਸ ਕਰਤੇ ਕੋ ਕਿਵੇਂ ਰੱਖ ਲੇਗਾ? ਕਿਵੇਂ ਫੜ ਕੇ ਅੰਦਰ ਵਸਾ ਲੇਗਾ? ਕਿਵੇਂ ਟਿਕਾ ਲੇਗਾ? ਕਿਉਂਕਿ ਅੰਦਰ ਹਉਮੈ ਨਾਲ ਭਰਿਆ ਹੋਇਆ। ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਹਉਮੈ ਵਿੱਚ ਕੀਤੀ ਹੋਈ ਸੇਵਾ ਵੀ ਪ੍ਰਵਾਨ ਨਹੀਂ ਹੈ। ਬੰਦਾ ਨਿਸ਼ਕਾਮ ਸੇਵਾ ਪ੍ਰਵਾਨ ਹੋ ਕੇ ਕਰੇ, ਸੇਵਾ ਪ੍ਰਵਾਨ ਹੈ, ਘੱਲ ਨਾ ਪ੍ਰਵਾਨ ਹੋ ਜਾਂਦੀ ਹੈ। ਜਦੋਂ ਇੱਛਾ ਰੱਖ ਕੇ ਕਰਨੀ ਹੈ, ਉਹ ਵੀ ਪ੍ਰਵਾਨ ਨਹੀਂ ਹੁੰਦੀ। ਸਤਿਗੁਰੂ ਜੀ ਕਹਿਣ ਲੱਗੇ, ਹਉਮੈ ਜਿੱਥੇ ਆ ਉੱਥੇ ਵਾਸਾ ਨਹੀਂ ਹੈ ਨਿਰੰਕਾਰ ਦਾ। ਦੱਸ ਉਹਨੂੰ ਕਿਵੇਂ ਵਸਾ ਲਈਏ? ਜਦ ਤੱਕ ਅੰਦਰ ਹਉਮੈ ਹੰਕਾਰ ਹੈ, ਉਸ ਨੂੰ ਆਪਣੇ ਮਨ ਵਿੱਚ ਗਹਿ ਰਾਖੂ ਨਹੀਂ ਵਸਾਇਆ ਜਾ ਸਕਦਾ, ਟਿਕਾ ਕੇ ਨਹੀਂ ਰੱਖਿਆ ਜਾ ਸਕਦਾ,
फड़ के नहीं रखा जा सकता और ना ही ਉਹਦੇ ਗੁਣਾਂ ਦਾ ਅੰਤ ਪਾਇਆ ਜਾ ਸਕਦਾ है। माया के दीवाने प्राणी झूठ ठगोरी पाई। दीवाना ਹੁੰਦਾ मस्त होया होया दुनिया की खातर, जिन्हें रब दीन नूं विसार दिता। दीन विसारियो रे दीवाने, दीन विसारियो रे। पेट भरियो पशुआ जो सोयो, मानुख जन्म है हारियो। वो मस्त हुए दुनिया के धंधिया विच, मस्त हुए पशु, पशु वांगू मनुख जन्म हरी बाजी हार के चला जाएगा। मतवाला मस्त है माया के दीवाने प्राणी। झूठ, झूठ हुंदा झूठ ने, झूठ, झूठ ने ठगोरी पाई। ठगोरी है ठग बूटी, ठगन वाली बूटी। जिहड़ी बूटी ने तेनों ठग्या होया, आत्मक जीवन नूं ठग लिया। हे प्राणी देख, माया दे मस्त होए हुए जीव, जब तक झूठ ने ठग बूटी तेनू चमेड़ी हुई है, ठग बूटी विच मस्त है, दीवाना है, उदों तक की है लब लोभ मोहताज बेगूते, इब तब फिर पछताई। मोहताज मैंने मोहताजी, लब मैंने चस्का, लोभ मैंने लालच। एक एक शब्द विच गुरु पातशाह जी सानू जीवन का तत्त दसदे हन। लब लोभ मोहताजी का दी मोहताजी, भी जदों ठगी बूटी पाई हुई है, ख्याल कर समझ ये गल भी ये मनुखा जन्म बहुत देर बाद मिलिया, पर तू इस मनुखा जन्म नूं कौडियां दे बदले विच गवारिया है। आया तू कस्तूरी नूं लैण लई सी, लेकिन कलर लद के इथों तुर पिया है, क्योंकि विख अंदर लालच है, लभ है, लोभ है। तू तो लाल कीमत अपना जिहड़े कीमती रतन सन वो कच के बदले च गवा दिते ने। दस मुड़ के ये तेनू वारी मिलनी है। मन की पट्टी तो तेरी हंकार ना भरी हुई है, उन्होंने साफ नहीं किया। दुर्लभ जन्म चिरंकाल पायो, जातो कौडी बदलहा। सारंग राग विच बचन गुरु अर्जन देव महाराज का। दुर्लभ जन्म चिरंकाल पायो, जातो कौडी बदलहा। काथूरी को गाक आयो, लादियो कालर बिरख जिमा। जीवां दा बूटा जिहदी कोई वैल्यू ही नहीं, जिहनूं पुट के बाहर सुट दईदा। जड़ियां बूटियां ते लद लिया तू ओह। आयो लाभ लाभण कै ताई, करन की आया सी? मोहन ठगोरी सो उलझ पहा। ठग बूटी ने तेनू ठग लिया। ठग बूटी, ठग कौन हुंदा? जिहड़ा प्रेम नाल ठग लैंदा। चोर हुंदा ना जिहड़ा लुक छुप के चोरी करदा है, ते ठग तो सामने बह के ठगदा है। ये कोई लुक छुप के नहीं साडे जीवन नूं खा रही, सामने बह के खा रही है, असीं खाधे जा रहे हैं। गुरु पातशाह कह लगे, आयो लाभ लाभण कै ताई, मोहन ठगोरी सो उलझ पहा। फस गया वो, भोलिया काच बादरे लाल खुई है, फिर ये अवसर कहा लहा। दस तेनू किथों मौका मिलेगा दोबारा? ये बता फिर पछताई, पछतावा ही रहेगा ना। इब तब हुण भी ते तदों भी, मुड़ मुड़ भी।
ਲੱਭ ਲੋ ਮੁਹਤਾਜ ਬੇਗੁੱਤੇ, ਇਬ ਤਬ ਫਿਰ ਪਛਤਾਈ। ਪਛਤਾਉਣਾ ਹੀ ਪਵੇਗਾ। ਦੇਖ, ਦੂਜਿਆਂ ਦੀ ਮੁਹਤਾਜੀ ਕਰਨ ਵਾਲੇ ਲੱਭ ਦੇ ਕਾਰਨ, ਲਾਲਚ ਦੇ ਕਾਰਨ, ਦੁਨੀਆ ਦੇ ਪਦਾਰਥਾਂ ਦੇ ਕਾਰਨ ਪਰਾਈ ਮੁਹਤਾਜੀ ਵਿੱਚ ਖੁਆਰ ਹੋ ਰਿਹਾ। ਦਰ ਦਰ ਤੇ ਜਾ ਕੇ ਮੰਗਦਾ ਫਿਰਦਾ ਹੈ, ਜਿੱਥੋਂ ਕੁਝ ਮਿਲਣਾ ਉਹ ਜੋ ਤੁਸੀਂ ਮੇਰੇ ਮਾਈ ਬਾਪ ਹੋ। ਤੀਜੇ ਬੰਦੇ ਨੂੰ ਵੀ ਆਪਣਾ ਮਾਈ ਬਾਪ ਬਣਾ ਕੇ ਬੈਠ ਜਾਂਦਾ ਹੈ। ਲੋ ਜੀ, ਤੁਹਾਡੇ ਤੋਂ ਬਿਨਾਂ ਮੇਰਾ ਕੌਣ ਹੈ ਇੱਥੇ ਦੁਨੀਆ 'ਚ? ਭੋਲਿਆ, ਜਿਹਨੂੰ ਤੂੰ ਆਪਣਾ ਮਨ ਬਣਾ ਕੇ ਬੈਠਾ ਉਹ ਤਾਂ ਆਪ ਕਿਸੇ ਦੇ ਦਰ ਦਾ ਮੰਗਦਾ ਹੈ। ਕਿਸ ਹੂੰ ਜਾਂਚੀ ਕਿਸ ਅਰਾਧੀ, ਜਦ ਸਭ ਕੋ ਕੀਤਾ ਹੋਸੀ, ਜੋ ਜੋ ਦਿਸੇ ਵੱਡਾ ਵਡੇਰਾ, ਸੋ ਸੋ ਖਾਕੂ ਰਲਸੀ। ਹਰ ਜੀਵ ਤੇਰੀ ਦਾਤੀ ਰਾਜਾਂ, ਮਾਨਸ ਬਪੜਾ ਕਿਆ ਸਲਾਹੀ, ਕਿਆ ਤਿਸਕਾ ਮੁਹਤਾਜਾ। क्यों मैं मनुख की गुलामी करा? ये तो आप मंगता है। किहदे कोलों मंगा? तेरे कोलों। पर की होया? सतगुरु जी कहते भी विखे ठगोरी ने उलझ पिया, ये तेनों चंबड़ी हुई है। जब तक जीव दे चस्के हैं, लालच है, पराई मथाजी विच खुआर हो रहा, उस वेले तक केवल होका ही होका है, बस पछतावा ही पछतावा है, होर कुछ नहीं। इस तो इलावा होर कुछ नहीं। पछतावा ही पछतावा पल्ले पेगा जब तक मनुख लभ ते चस्कियां ते हंकार दे विच मस्त होया होया है। बाबा फरीद जी का एक श्लोक आउंदा है, पिछे विचार हुई, श्लोकां दी सुनी, उस एक उदाहरण आई सी। फरीदा राती वड्डियां धुख धुख उठन पास। फरीदा राती वड्डियां, मथाजी की गल कर रहे हैं बाबा जी। कहते जिवें साल दीयां रातां बड़ियां वड्डियां हुंदियां ने, मुकदियां ही नहीं, मुकन च ही नहीं आउंदियां। बंदे दे लम्मे पे दे पासे दुखन लग पैंदे ने। कहंदे ने फरीदा राती वड्डियां धुख धुख उठन पास, ਉਹ ਤ੍ਰਿਗ ਤਿਨਾਂ ਦਾ ਜੀਵਿਆ ਜਿਨ੍ਹਾਂ ਵਿੜਾਨੀ ਆਸ। ਲਾਹਨਤ ਆ ਉਹਨਾਂ ਦੇ ਜੀਣ ਦਾ। 100 ਵਾਰੀ ਫਟਕਾਰ ਹੈ ਜਿਹੜਾ ਲੋਕਾਂ ਦੇ ਦਰ ਤੇ ਜਾ ਕੇ ਮੰਗਦੇ ਹਨ, ਬਗਾਨੀ ਆਸ ਤੇ ਜਿਉਂਦੇ ਹਨ। ਉਹਨਾਂ ਦੀ ਜ਼ਿੰਦਗੀ ਦੀ ਰਾਤ ਕਿਵੇਂ ਮੁੱਕਦੀ ਹੈ? ਮੇਰੀ ਤਾਂ ਇੱਕ ਰਾਤ ਨਹੀਂ ਮੁੱਕਦੀ ਜਿਹੜੀ ਸਿਆਲ ਦੀ ਰਾਤ ਹੈ, ਉਹ ਤਾਂ ਸਾਰੀ ਜ਼ਿੰਦਗੀ ਦੀ ਗੁਲਾਮੀ ਕਰ ਲੈਂਦੇ ਹਨ। ਜਿੱਥੇ ਲੱਭ ਹੈ, ਲੋਭ ਹੈ, ਚਸਕਾ ਹੈ, ਉੱਥੇ ਰੱਬ ਦੀ ਬੰਦਗੀ ਨਹੀਂ, ਰੱਬ ਦੀ ਯਾਦ ਨਹੀਂ। ਲੱਭ ਲੋਭ ਮੁਹਤਾਜ ਬਗੁੱਤੇ, ਇਬ ਤਬ ਫਿਰ ਪਛਤਾਈ। ਫਿਰ ਸਤਿਗੁਰੂ ਜੀ ਕਹਿੰਦੇ ਲੱਭ ਤੇ ਲੋਭ ਵਿੱਚ ਫਸਿਆ ਹੋਇਆ ਮਨੁੱਖ ਪਰਮੇਸ਼ਰ ਦੇ ਦਰ ਤੇ ਕਬੂਲ ਨਹੀਂ ਹੁੰਦਾ। ਬੜੇ ਪਿਆਰੇ ਬੋਲ ਲਿਖੇ ਤਲੰਗ ਰਾਗ ਵਿੱਚ ਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ। ਲੱਭ ਲੋਭ ਅਹੰਕਾਰ ਕੀ ਮਾਤੀ, ਮਾਇਆ ਮਾਹੇ ਸਮਾਣੀ। ਸ਼ਬਦ ਆਉਂਦਾ ਨਾ, ਇਹ ਅਨੜੀਏ ਮਾਨੜਾ ਕਾਹੇ ਕਰੇ। ਕਾਹਦਾ ਹੰਕਾਰ ਕਰਦੀ ਹੈ? ਉਹ ਤੇਰੇ ਨੇੜੇ ਹੈ, ਸ਼ਾਹ ਨੇੜੇ ਧਨ ਕੰਬਲੀਏ, ਬਾਹਰ ਕਿਆ ਢੂੰਡੇ। ਤੇ ਉੱਥੇ ਪੰਕਤੀ ਆਉਂਦੀ ਹੈ, ਲੱਭ ਲੋਭ ਅਹੰਕਾਰ ਕੀ ਮਾਤੀ। ਮਸਤ ਹੋਈ ਹੋਈ ਲੱਭ ਵਿੱਚ, ਲੋਭ ਵਿੱਚ, ਚਸਕਿਆਂ ਵਿੱਚ, ਵਿਕਾਰਾਂ ਵਿੱਚ, ਮਾਇਆ ਮਾਹੇ ਸਮਾਣੀ। ਇਨੀ ਬਾਤੀ ਸ਼ਾ ਪਾਈਏ ਨਾਹੀ, ਭਈ ਕਾਮਨ ਇਆਣੀ। ਭੋਲੀਏ, ਇਹਨਾਂ ਬਾਤਾਂ ਨਾਲ ਕਦੀ ਸ਼ੌਕ ਰੁੱਝੇਗਾ ਨਹੀਂ। ਲੱਭ ਲੋਭ ਮੁਹਤਾਜ ਬਗੁੱਤੇ, ਇਬ ਤਾਂ ਫਿਰ ਪਛਤਾਈ। ਏਕ ਸਰੇਵੇ ਤਾਂ ਗਤ ਮਿਤ ਪਾਵੈ, ਆਵਨ ਜਾਨ ਰਹਾਈ। ਏਕ ਸਰੇਵੇ, ਇੱਕ ਦੀ ਸੇਵਾ, ਸਿਮਰੇ। ਗਤ ਪਰਮਾਤਮਾ ਦੀ ਜਾਣਕਾਰੀ, ਪਰਮਾਤਮਾ ਨੂੰ ਜਾਣਨਾ, ਪ੍ਰਭੂ ਨਾਲ ਜਾਣ ਪਛਾਣ। ਤਾਂ ਗਤ ਮਿੱਤ, ਮਿੱਤ ਪਰਮਾਤਮਾ ਦੀ ਮਿੱਤ, ਉਹਦੀ ਵਡਿਆਈ ਦੀ ਕਦਰ। ਆਵਨ ਜਾਨ ਰਹਾਈ, ਰਹਾਈ ਦਾ ਅਰਥ ਮੁੱਕ ਜਾਣਾ। ਭਈ ਜਦੋਂ ਹਉਮੈ ਨੂੰ ਦੂਰ ਕਰਕੇ ਮਨੁੱਖ ਪਰਮਾਤਮਾ ਨੂੰ ਸਿਮਰਦਾ ਹੈ, ਤਦੋਂ ਪਰਮਾਤਮਾ ਨਾਲ ਇਹਦੀ ਜਾਣ ਪਛਾਣ ਬਣਦੀ ਹੈ। ਪਰਮਾਤਮਾ ਦੀ ਵਡਿਆਈ ਦੀ ਇਹਨੂੰ ਕਦਰ ਪੈਂਦੀ ਹੈ, ਇਹਦਾ ਜਨਮ ਮਰਨ ਮੁੱਕ ਜਾਂਦਾ ਹੈ। ਜਿਹੜੇ ਮਨੁੱਖ ਹੰਕਾਰ ਤਿਆਗ ਕੇ ਪਰਮੇਸ਼ਰ ਦੇ ਨਾਲ ਆਪਣੀ ਸਾਂਝ ਪਾਉਂਦੇ ਹਨ, ਨੇੜਤਾ ਬਣਾਉਂਦੇ ਹਨ,
ਉਹਨਾਂ ਦਾ ਜਨਮ ਮਰਨ ਜਿਹੜਾ ਹੈ ਉਹ ਮੁੱਕ ਜਾਂਦਾ ਹੈ। ਤੋ ਇਹ ਦੋ ਪੌੜੀਆਂ ਵਿੱਚ ਗੁਰੂ ਪਾਤਸ਼ਾਹ ਜੀ ਨੇ ਜੋ ਇਸ ਗੱਲ ਸਮਝਾਈ ਵੀ ਹਰ ਕੋਈ ਧਾਰਮਿਕ ਦੁਨੀਆ ਵਿੱਚ ਇਹ ਗੱਲ ਕਹਿੰਦਾ ਹੈ ਕਿ ਰੱਬ ਪਰਮਾਤਮਾ ਹਰ ਥਾਂ ਥਾਂ ਤੇ ਘਟ ਘਟ ਵਿੱਚ ਮੌਜੂਦ ਹੈ, ਵਸ ਰਿਹਾ ਹੈ, ਪਰ ਇਹ ਸਿਰਫ ਆਖਣ ਮਾਤਰ ਅਖਰੀ ਗਿਆਨ ਹੈ। ਅੰਤਰ ਬਾਹਰ ਤੇ ਹਰੀ ਨੂੰ ਸਦਾ ਅੰਗ ਸੰਗੇ ਜਾਣਨ ਦਾ ਤਤ ਗਿਆਨ ਉਦੋਂ ਹੁੰਦਾ ਹੈ ਜਦੋਂ ਆਪ ਗਿਆ ਤਾਂ ਆਪੇ ਪੈ, ਜਦੋਂ ਆਪਣੇ ਅੰਦਰੋਂ ਆਪ ਗਿਆ, ਆਪਣੇ ਹੰਕਾਰ ਦੂਰ ਹੋਏ ਤਾਂ ਫਿਰ ਉਹ ਆਪੇ ਜਿਹੜਾ ਸੀ ਉਹ ਨਜ਼ਰ ਆਉਣਾ ਸ਼ੁਰੂ ਹੁੰਦਾ ਹੈ। ਤਾਂ ਸਤਿਗੁਰੂ ਜੀ 6ਵੀਂ ਪੌੜੀ ਦੇ ਵਿੱਚ ਗੱਲ ਕਹਿੰਦੇ ਨੇ ਕਿ ਪ੍ਰਮਾਤਮਾ ਹਰੇਕ ਹਿਰਦੇ ਵਿੱਚ ਹੈ, ਪਰ ਇਹ ਫੜਿਆ ਨਹੀਂ ਜਾ ਸਕਦਾ, ਇਹ ਦੇਖਿਆ ਨਹੀਂ ਜਾ ਸਕਦਾ, ਅਪਕੜ ਹੈ, ਨਿਰਗੁਣ ਸਰੂਪ ਹੈ। ਮਾਇਆ ਮੋਹ ਹਉਮੈ ਤੇ ਝੂਠ ਦੇ ਚਸਕੇ ਵਿੱਚ ਫਸਿਆ ਜੀਵ ਕਮਲਾ ਹੋਇਆ ਫਿਰਦਾ ਹੈ। ਬਸ ਪਰਮਾਤਮਾ ਨਾਲ ਇੱਕੋ ਹੀ ਜੁਗਤੀ ਹੈ ਜੁੜਨ ਦੀ, ਉਹ ਹੈ ਏਕ ਸਰੇਵੇ ਤਾਂ ਗਤ ਮਿਤ ਪਾਵੇ ਆਵਨ ਜਾਨ ਰਹਾਈ। ਇੱਕ ਨੂੰ ਸੇਵੇ ਤੇ ਫਿਰ ਉਹਦੀ ਗਤ ਤੇ ਵਡਿਆਈ ਨੂੰ ਪਾ ਸਕਦਾ ਹੈ, ਆਵਾਗਮ ਦਾ ਚੱਕਰ ਮੁੱਕ ਸਕਦਾ ਹੈ। ਜੀ ਭੁੱਲ ਚੁੱਕ ਦੀ ਖਿਮਾ, ਪਿਆਰ ਸਤਿ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।